हाँ जी स्टूडेंट, ਤਾਂ ਮੈਂ ਤੁਹਾਡਾ GSY ਕ੍ਰਿਸ਼ਨ ਯਾਦਵ YouTube ਚੈਨਲ ਤੇ ਸਵਾਗਤ ਕਰਦਾ ਹਾਂ। ਤੇ ਅੱਜ ਦਾ ਦਿਨ ਸਾਡੇ ਲਈ ਕਾਫੀ ਇੰਪੋਰਟੈਂਟ ਸੀਗਾ। ਇੰਪੋਰਟੈਂਟ ਕਿਉਂ ਸੀਗਾ? ਕਿਉਂਕਿ ਸਾਨੂੰ ਕਾਫੀ ਲੰਬੇ ਸਮੇਂ ਤੋਂ ਇਸ ਪੇਪਰ ਦੀ ਉਡੀਕ ਸੀਗੀ ਤੇ ਉਹ ਅੱਜ ਪੇਪਰ ਜਿਹੜਾ ਸਾਡਾ ਉਹ ਕੰਪਲੀਟ ਹੋ ਚੁੱਕਿਆ ਹੈਗਾ। ਮਾਸਟਰ ਕੇਡਰ ਦਾ SST ਦਾ ਜਿਹੜਾ ਪੇਪਰ ਸੀਗਾ ਅੱਜ ਸਵੇਰ ਹੋਇਆਗਾ, 9 ਜਨਵਰੀ ਨੂੰ ਪੇਪਰ ਹੋਇਆਗਾ। ਤੇ ਮੈਨੂੰ ਇਸ ਪੇਪਰ ਜਦੋਂ ਮੈਂ ਦੇਖਿਆ ਪੇਪਰ ਇਹ, ਤਾਂ ਮੈਨੂੰ ਪੇਪਰ ਨੂੰ ਦੇਖ ਕੇ ਕੋਈ ਜ਼ਿਆਦਾ ਮੈਨੂੰ ਖੁਸ਼ੀ ਨਹੀਂ ਹੋਈ। ਕਾਰਨ ਕੀ ਸੀ ਵੀ ਇਹ ਪੇਪਰ ਜਿਨ੍ਹਾਂ ਨੇ ਤਿਆਰੀ ਕੀਤੀ ਹੈ ਜਾਂ ਜਿਨ੍ਹਾਂ ਨੇ ਤਿਆਰੀ ਨਹੀਂ ਕੀਤੀ ਉਹਨਾਂ ਲਈ ਸੇਮ ਪੇਪਰ ਸੀਗਾ ਇਹ। ਇਹਦਾ ਕਾਰਨ ਕੀ ਸੀ? ਕਿਉਂਕਿ ਬਹੁਤ ਸਾਰੇ ਕੁਐਸਚਨ ਨੇ, ਲਗਭਗ ਆਪਾਂ ਦੇਖਾਂਗੇ ਇਹਦੇ ਵਿੱਚ ਵੀ ਬਹੁਤ ਸਾਰੇ ਕੁਐਸਚਨ ਜਿਹੜੇ ਨੇ ਉਹ ਮਾਸਟਰ ਕੇਡਰ ਦੇ 60 ਦੇ ਪੇਪਰ ਦੇ ਵਿੱਚੋਂ ਤੇ 35 ਦੇ ਪੇਪਰ ਦੇ ਵਿੱਚੋਂ ਤੇ ਲੈਕਚਰਾਰ ਦਾ ਜਿਹੜਾ 2015 ਦੇ ਪੇਪਰ ਹੋਇਆ ਸੀਗਾ ਉਹਦੇ ਵਿੱਚੋਂ ਐਜ਼ ਇਟ ਇਜ਼ ਕੁਐਸਚਨ ਜਿਹੜੇ ਸੀ ਇਹਨਾਂ ਨੇ ਚੱਕ ਕੇ ਦੁਬਾਰਾ ਇਹਦੇ ਵਿੱਚ ਰਿਪੀਟ ਪਾਤੇ ਕੁਐਸਚਨ ਉਹ। ਤਾਂ ਜਿਹੜੇ ਵਿਅਕਤੀ ਨੇ ਜਾਂ ਜਿਹੜੇ ਸਟੂਡੈਂਟਸ ਨੇ ਇਸ ਪੇਪਰ ਨੂੰ, ਪੁਰਾਣੇ ਪੇਪਰ ਨੂੰ ਕਵਰ ਕੀਤਾ ਹੋਊਗਾ ਤਾਂ ਉਹਨਾਂ ਲਈ ਕਾਫੀ ਬੈਨੀਫਿਟ ਹੋਇਆ ਇਹ। ਜਿਨ੍ਹਾਂ ਨੇ ਇਸ ਪੇਪਰ ਨੂੰ ਕਵਰ ਨਹੀਂ ਕੀਤਾ ਹੋਊਗਾ ਤਾਂ ਉਹਨਾਂ ਲਈ ਥੋੜਾ ਬਹੁਤ ਕਿਤੇ ਨਾ ਕਿਤੇ ਜਿਹੜਾ ਲੂਜ਼ ਹੋਇਆ ਹੋਊਗਾ ਪੇਪਰ ਇਹ। ਤੇ ਖੈਰ ਕੋਈ ਬਾਹਲਾ ਸਟੈਂਡਰਡਾਈਜ਼ ਪੇਪਰ ਮੈਂ ਇਸ ਨੂੰ ਮੰਨਦਾ ਨਹੀਂ, ਕੋਈ ਜ਼ਿਆਦਾ ਕੁਆਲਿਟੀ ਵਾਲਾ ਜਾਂ ਕੋਈ ਜ਼ਿਆਦਾ ਕਨਸੈਪਚੁਅਲ ਪੇਪਰ ਨਹੀਂ ਸੀਗਾ ਇਹ। ਜ਼ਿਆਦਾ ਫੈਕਟ ਦੇ ਵਿੱਚ ਪੁੱਛੇ ਗਏ ਸੀਗੇ ਤੇ 올ਡ ਹੀ ਕੁਐਸਚਨ ਜਿਹੜਾ ਸੀ ਉਹਨੂੰ ਰਿਪੀਟ ਕੀਤਾ ਗਿਆ ਸੀ, ਜਾਂ ਫਿਰ ਉਹਦੇ ਨਾਲ ਦੇ ਜਿਹੜੇ ਮਿਲਦੇ ਜੁਲਦੇ ਕੁਐਸਚਨ ਸੀਗੇ ਉਹ ਪਾਏ ਗਏ ਸੀਗੇ। ਠੀਕ ਹੈ, ਤੇ ਮੈਂ ਇਹ ਆਸ ਕਰਦਾ ਵੀ ਜਿਹੜੀ ਇਹਦੀ ਮੈਰਿਟ ਜਿਹੜੀ ਜਾ ਸਕਦੀ ਹੈਗੀ ਇਸ ਪੇਪਰ ਦੀ, ਤਾਂ ਇਹ ਮੈਂ ਆਸ ਕਰਦਾ ਵੀ ਜਿਹੜੇ, ਕਿਉਂਕਿ ਪੋਸਟਾਂ ਬਹੁਤ ਘੱਟ ਨੇਗੀਆਂ, ਠੀਕ ਹੈ, ਆਈ ਥਿੰਕ 52 ਦੇ ਕਰੀਬ ਪਲੱਸ ਜਿਹੜੀਆਂ ਐਕਸਟਰਾ ਪੋਸਟਾਂ ਜਿਹੜੀ ਵਧੀਆ ਸੀਗੀਆਂ ਤਾਂ ਬਹੁਤ ਘੱਟ ਪੋਸਟਾਂ ਨੇ। ਤਾਂ ਇਹ ਮੰਨਦਾ ਵੀ ਜਿਹੜੀ ਜਨਰਲ ਕੈਟਾਗਰੀ ਦੀ ਮੈਰਿਟ ਜਾ ਸਕਦੀ ਹੈ 140 ਨੰਬਰ ਤੋਂ ਪਲੱਸ ਦੀ ਜਿਹੜੀ ਮੈਰਿਟ ਜਾ ਸਕਦੀ ਹੈ ਇਹ 140 ਨੰਬਰ ਜਾ ਸਕਦੀ ਹੈ। ਹੋ ਸਕਦਾ ਵੀ ਇਹ 142 ਜਾਂ 143 ਨੰਬਰ ਵੀ ਚਲੀ ਜਾਵੇ ਮੈਰਿਟ ਇਹ। ਠੀਕ ਹੈ, ਮੈਂ ਇਹਨੂੰ ਐਕਸਪੈਕਟ ਕਰਕੇ ਚੱਲ ਰਿਹਾ ਹੈਗਾ। ਠੀਕ ਹੈ, 140 ਦਾ ਮਿਨੀਮਮ ਹੈਗੀ ਹੈ, ਪਰ 140 ਤੋਂ 142 43 ਨੰਬਰ ਵੀ ਜਾ ਸਕਦੇ ਆ। ਜੇ ਤੁਸੀਂ 142 43 ਨੰਬਰ ਕਾਊਂਟ ਦੇ ਵਿੱਚ ਕਰਦੇ ਹੋ, ਆਪਣੇ ਆਪ ਕਾਊਂਟ ਕਰਦੇ ਆ, ਫਿਰ ਤੁਹਾਡੇ ਚਾਂਸਸ ਜਨਰਲ ਕੈਟਾਗਰੀ ਦੇ ਹੈਗੇ ਨੇ। ਬਾਕੀ ਕੈਟਾਗਰੀਜ਼ ਦੇ ਵੀ ਤੁਸੀਂ 1-2 ਨੰਬਰ ਘਟਾ ਕੇ ਆਪਣਾ ਜਿਹੜਾ ਅਨੁਮਾਨ ਉਹ ਲਾ ਸਕਦੇ ਹੋ ਸਾਡੇ ਕਿੰਨੇ ਨੰਬਰ ਬਣ ਸਕਦੇ ਆ। ਤਾਂ ਆਪਾਂ ਦੇਰ ਨਾ ਕਰਦੇ ਹੋਏ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜਿਹੜਾ ਸਾਡਾ ਅੱਜ ਪੋਲੀਟੀਕਲ ਸਾਇੰਸ ਦਾ ਪੋਰਸ਼ਨ ਹੋਇਆ ਸੀਗਾ। ਦੋਨੇ ਪੇਪਰ ਨੂੰ ਆਪਾਂ ਡਿਸਕਸ ਕਰਾਂਗੇ ਇਹਦੇ ਵਿੱਚ, ਪਾਰਟ ਨੂੰ ਪੋਲੀਟੀਕਲ ਸਾਇੰਸ ਦੇ ਪੋਰਸ਼ਨ ਨੂੰ ਵੀ ਡਿਸਕਸ ਕਰਾਂਗੇ ਇਹਦੇ ਵਿੱਚ ਆਪਾਂ, ਤੇ ਆਪਾਂ ਅੱਜ ਜਿਹੜਾ ਸੀ ਹਿਸਟਰੀ ਦਾ ਪੋਰਸ਼ਨ ਉਹਨੂੰ ਵੀ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਅੱਜ ਨਾਗਰਿਕ ਸ਼ਾਸਤਰ ਦੇ ਬਾਰੇ, ਤੇ 100% ਜਿਹੜਾ ਕਰੈਕਟ ਆਨਸਰ ਹੋਊਗਾ ਆਪਾਂ ਨੂੰ ਦੇਣ ਦੀ ਕੋਸ਼ਿਸ਼ ਕਰਾਂਗੇ। ਤੇ ਦੇਖੋ ਜੀ, ਪਹਿਲਾ ਕੁਐਸਚਨ ਜਿਹੜਾ ਸੀਗਾ ਉਹ ਸੀਗਾ ਜੀ, ਭਾਰਤ ਦਾ ਕਿਹੜਾ ਆਰਟੀਕਲ ਸੁਪਰੀਮ ਕੋਰਟ ਦੀ ਸਥਾਪਨਾ ਦੇ ਨਾਲ ਸੰਬੰਧਿਤ ਹੈ? ਇਹ ਬਿਲਕੁਲ ਪੁਰਾਣਾ ਕੁਐਸਚਨ ਆਇਆ ਹੋਇਆ, ਸਾਨੂੰ ਪਤਾ ਹੈ ਜੀ। ਆਰਟੀਕਲ 124 ਦੇ ਤਹਿਤ ਭਾਰਤ ਦੇ ਵਿੱਚ ਸੁਪਰੀਮ ਕੋਰਟ ਦੀ ਜਿਹੜੀ ਸਥਾਪਨਾ ਉਹ ਕੀਤੀ ਜਾਂਦੀ ਹੈ। ਠੀਕ ਹੈ, ਤਾਂ ਇਹਦਾ ਨੰਬਰ ਆ ਜਾਊਗਾ ਜੀ B ਆਪਸ਼ਨ ਆ ਜਾਊਗੀ ਇਹਦੀ 1 ਨੰਬਰ ਕੁਐਸਚਨ ਦੀ। ਨੈਕਸਟ ਹੈ ਜੀ, ਹੂ ਇਜ਼ ਦਾ ਚੇਅਰਮੈਨ ਆਫ ਰਾਜ ਸਭਾ? ਰਾਜ ਸਭਾ ਦਾ ਚੇਅਰਮੈਨ ਕੌਣ ਹੈ ਜਾਂ ਕੌਣ ਹੁੰਦਾ ਹੈ? ਤਾਂ ਇਹ ਸਭ ਨੂੰ ਪਤਾ ਹੈ ਜੀ। ਇਹਦਾ ਆਨਸਰ ਬਣੂਗਾ ਭਾਰਤ ਦਾ ਉਪ ਰਾਸ਼ਟਰ ਹੀ ਕਿਸੇ ਸਾਡੀ ਜਿਹੜੀ ਰਾਜ ਸਭਾ ਹੈਗੀ ਇਹਦਾ ਚੇਅਰਮੈਨ ਹੁੰਦਾ ਹੈ। ਤਾਂ ਸੈਕਿੰਡ ਦਾ ਬਣ ਗਿਆ ਜੀ D ਆਨਸਰ। ਥਰਡ ਨੰਬਰ ਕੁਐਸਚਨ ਦੇਖੋ ਜੀ, ਹੂ ਇਜ਼ ਦਾ ਡਿਪਟੀ ਪ੍ਰਾਈਮ ਮਿਨਿਸਟਰ ਆਫ ਇੰਡੀਆ? ਇਹਨਾਂ ਵਿੱਚੋਂ ਭਾਰਤ ਦਾ ਉਪ ਪ੍ਰਧਾਨ ਮੰਤਰੀ ਕੌਣ ਹੈ? ਤਾਂ ਸਾਨੂੰ ਪਤਾ ਵੀ ਉਪ ਪ੍ਰਧਾਨ ਮੰਤਰੀ ਦਾ ਅਹੁਦਾ ਸਾਡੇ ਇਸ ਟਾਈਮ ਸਾਡਾ ਕੋਈ ਵੀ ਨਹੀਂ ਹੈਗਾ, ਇਸ ਕਰਕੇ ਆਨਸਰ ਬਣ ਜਾਊਗਾ ਜੀ ਇਹਦਾ D। ਠੀਕ ਹੈ ਜੀ, ਇਹਨਾਂ ਵਿੱਚੋਂ ਕੋਈ ਨਹੀਂ ਆਊਗਾ। ਠੀਕ ਹੈ ਜੀ, ਤਾਂ D ਆਨਸਰ ਬਣ ਜਾਊਗਾ ਇਹਦਾ। ਫੋਰਥ ਨੰਬਰ, ਨੇਮ ਦਾ ਫਸਟ ਡਿਪਟੀ ਪ੍ਰਾਈਮ ਮਿਨਿਸਟਰ ਆਫ ਇੰਡੀਆ? ਭਾਰਤ ਦਾ ਜਿਹੜਾ ਪਹਿਲਾ ਉਪ ਪ੍ਰਧਾਨ ਮੰਤਰੀ ਸੀ ਤਾਂ ਇਹ ਕੌਣ ਸੀ? ਸਾਨੂੰ ਪਤਾ, ਸਭ ਨੂੰ ਪਤਾ ਜੀ ਇਹ, ਤਾਂ ਇਹ ਸੀਗੇ ਜੀ ਸਰਦਾਰ ਵੱਲਭ ਭਾਈ ਪਟੇਲ। ਭਾਰਤ ਦੇ ਪਹਿਲੇ ਉਪ ਰਾਸ਼ਟਰਪਤੀ, ਉਪ ਪ੍ਰਧਾਨ ਮੰਤਰੀ ਸੀਗੇ ਇਹ। ਫਿਫਥ ਨੰਬਰ ਦੇਖੋ ਜੀ, ਦੀ ਆਰਟੀਕਲ 14, ਆਰਟੀਕਲ ਜਿਹੜਾ 14 ਹੈ ਕਿਸ ਚੀਜ਼ ਨਾਲ ਸੰਬੰਧਿਤ ਹੈ? ਸਾਨੂੰ ਪਤਾ ਹੈ ਜੀ ਇਹ ਕਾਨੂੰਨ ਦੇ ਸਾਹਮਣੇ ਸਮਾਨਤਾ ਦੀ ਗੱਲ ਕਰਦਾ ਹੈਗਾ, ਲਾ ਦੇ ਸਾਹਮਣੇ ਇਕੁਅਲਿਟੀ ਦੀ ਗੱਲ ਕਰਦਾ ਹੈਗਾ। ਠੀਕ ਹੈ ਜੀ, ਤਾਂ ਇਹਦਾ ਆਨਸਰ ਬਣ ਜਾਊਗਾ ਜੀ ਫਿਫਥ ਦਾ A ਆਨਸਰ। ਨੈਕਸਟ 6 ਨੰਬਰ ਕੁਐਸਚਨ, ਸੰਵਿਧਾਨ ਦੀ ਪੇਸ਼ਕਾਰੀ ਵਿੱਚ ਧਰਮ ਨਿਰਪੱਖ ਸ਼ਬਦ? ਸਾਨੂੰ ਪਤਾ ਹੈ ਵੀ ਜਿਹੜੀ 42 ਅਮੈਂਡਮੈਂਟ ਹੋਈ ਸੀਗੀ ਸਾਡੇ ਸੰਵਿਧਾਨ ਦੇ ਵਿੱਚ ਉਹ 1976 ਦੇ ਵਿੱਚ ਹੋਈ ਹੈ, ਤੇ ਇਹਦੇ ਵਿੱਚ 3 ਸ਼ਬਦ ਨੂੰ ਜੋੜੇ ਗਏ ਸੀਗੇ। ਇਹਦੇ ਵਿੱਚ ਇੱਕ ਸ਼ਬਦ ਜੋੜਿਆ ਗਿਆ ਸੀ ਧਰਮ ਨਿਰਪੱਖ, ਇੱਕ ਸਮਾਜਵਾਦੀ ਤੇ ਇੱਕ ਅਖੰਡਤਾ ਸ਼ਬਦ ਜੋੜਿਆ ਗਿਆ ਸੀ। ਤਾਂ ਇਹਦਾ ਆਨਸਰ ਬਣੂਗਾ ਜੀ C ਆਨਸਰ। ਨੈਕਸਟ ਹੈ ਜੀ, ਹੂ ਇਜ਼ ਦਾ ਚੇਅਰਮੈਨ ਆਫ ਡਰਾਫਟਿੰਗ ਕਮੇਟੀ? ਡਰਾਫਟਿੰਗ ਕਮੇਟੀ ਬਹੁਤ ਇੰਪੋਰਟੈਂਟ ਕਮੇਟੀ ਸੀਗੀ। ਠੀਕ ਹੈ, ਤਾਂ ਇਹਨੂੰ ਖਰੜਾ ਕਮੇਟੀ ਜਾਂ ਸਟਰਕਚਰ ਕਮੇਟੀ ਵੀ ਬੋਲ ਦਿੰਦੇ ਆ, ਮਸੌਦਾ ਕਮੇਟੀ ਵੀ ਬੋਲ ਦਿੰਦੇ ਆ। ਤਾਂ ਇਹਦਾ ਚੇਅਰਮੈਨ ਕੌਣ ਸੀ? ਡਾਕਟਰ B.R. ਅੰਬੇਦਕਰ ਇਹਦੇ ਚੇਅਰਮੈਨ ਸੀਗੇ। 7th ਨੰਬਰ ਦਾ ਡਾਕਟਰ B.R. ਅੰਬੇਦਕਰ। 8th ਨੰਬਰ ਦਾ ਦੇਖੋ ਜੀ, ਆਰਟੀਕਲ ਜਿਹੜਾ 5 ਤੋਂ ਲੈ ਕੇ 11 ਤੱਕ ਹੈ ਇਹ ਕਿਸ ਚੀਜ਼ ਦਾ ਇਹਦੇ ਵਿੱਚ ਵਰਣਨ ਕੀਤਾ ਗਿਆ? ਜਿਹੜਾ 5 ਤੋਂ ਲੈ ਕੇ 11 ਤੱਕ ਹੈ ਕਿਸ ਚੀਜ਼ ਦਾ, ਕਿਸ ਚੀਜ਼ ਨਾਲ ਸੰਬੰਧਿਤ ਹੈ? ਜਾਂ ਇਹ ਸਾਨੂੰ ਪਤਾ ਹੈ ਜੀ ਇਹ ਆਰਟੀਕਲ 5 ਤੋਂ ਲੈ ਕੇ 11 8 ਨੰਬਰ ਕੁਐਸਚਨ ਦਾ ਇਹ ਆ ਜਾਊਗਾ ਜੀ ਸਿਟੀਜ਼ਨਸ਼ਿਪ, ਨਾਗਰਿਕਤਾ ਦੇ ਨਾਲ ਸੰਬੰਧਿਤ ਹੈ। 5 ਤੋਂ ਲੈ ਕੇ 11 ਤੱਕ ਨਾਗਰਿਕਤਾ ਦਾ। ਅੱਗੇ ਜੀ 9 ਨੰਬਰ ਕੁਐਸਚਨ ਦੇਖੋ, ਹਰਿਆਣਾ ਵਿਧਾਨ ਸਭਾ ਵਿੱਚ ਕਿੰਨੀਆਂ ਸੀਟਾਂ ਨੇ? ਪਿਛਲੀ ਵਾਰ ਪੰਜਾਬ ਦੀਆਂ ਸੀਟਾਂ ਪੁੱਛੀਆਂ ਗਈਆਂ ਸੀ, ਤਾਂ ਇਸ ਵਾਰ ਹਰਿਆਣਾ ਪੁੱਛੀਆਂ ਗਈਆਂ ਨੇ। ਤਾਂ ਇਹ ਹੈਗਾ ਜੀ ਸਾਡੇ ਗਵਾਂਢੀ ਸਟੇਟ ਦੀਆਂ 90 ਸੀਟਾਂ ਨੇ ਵਿਧਾਨ ਸਭਾ ਦੀਆਂ। 10 ਨੰਬਰ ਕੁਐਸਚਨ ਦੇਖੋ ਜੀ, ਹੂ ਇਜ਼ ਸਪੀਕਰ ਆਫ ਪੰਜਾਬ ਲੈਜਿਸਲੇਟਿਵ ਅਸੈਂਬਲੀ? ਪੰਜਾਬ ਦੀ ਵਿਧਾਨ ਸਭਾ ਦਾ ਜਿਹੜਾ ਸਪੀਕਰ ਹੈ ਜੀ, ਆਈ ਥਿੰਕ ਰਿਪੀਟ ਕੁਐਸਚਨ ਹੋਇਆ, ਤਾਂ ਇਹ ਆ ਗਿਆ ਜੀ ਰਾਣਾ KP ਸਿੰਘ
ਕਾਂਗਰਸ ਪਾਰਟੀ ਨਾਲ ਸੰਬੰਧਿਤ ਨਹੀਂ, ਰਾਣਾ KP ਸਿੰਘ, ਠੀਕ ਹੈ, ਕਿਉਂਕਿ ਆਮ ਤੌਰ ਤੇ ਜਿਹੜਾ ਸਪੀਕਰ ਹੁੰਦਾ ਹੈ ਜਿਸ ਪਾਰਟੀ ਸਰਕਾਰ ਹੁੰਦੀ ਉਸੇ ਪਾਰਟੀ ਨਾਲ ਸੰਬੰਧਿਤ ਹੁੰਦਾ ਹੈ, ਠੀਕ ਹੈ। ਤਾਂ ਰਾਣਾ KP ਸਿੰਘ ਕੀ ਨੇਗੇ ਸਾਡੇ ਵਿਧਾਨ ਸਭਾ ਦੇ ਸਪੀਕਰ ਨੇ। ਨੈਕਸਟ ਜੀ 11 ਨੰਬਰ ਕੁਐਸਚਨ, ਸੰਵਿਧਾਨ ਵਿੱਚ ਬੁਨਿਆਦੀ ਫਰਜ਼ਾਂ ਨੂੰ ਸ਼ਾਮਲ ਕਰਨ ਦੀ ਸਿਫਾਰਿਸ਼ ਕਿਸ ਦੁਆਰਾ ਕੀਤੀ ਗਈ ਸੀ? ਤਾਂ ਇਹ ਜੀ 1976 ਦੇ ਵਿੱਚ ਇੱਕ ਕਮੇਟੀ ਬਣਾਈ ਗਈ ਸੀਗੀ, ਸਵਰਨ ਸਿੰਘ ਕਮੇਟੀ। ਸਵਰਨ ਸਿੰਘ ਕਮੇਟੀ ਦੀ ਸਿਫਾਰਿਸ਼ ਦੇ ਉੱਪਰ ਹੀ ਜਿਹੜੇ ਸਾਡੇ ਮੌਲਿਕ ਜਿਹੜੇ ਫਰਜ਼ ਸੀਗੇ, ਬੁਨਿਆਦੀ ਫਰਜ਼, ਫੰਡਾਮੈਂਟਲ ਸਾਡੀ ਡਿਊਟੀ ਸੀਗੀਆਂ, ਇਹਨੂੰ ਸ਼ਾਮਲ ਕੀਤਾ ਗਿਆ ਸੀ। ਤਾਂ ਸਾਨੂੰ ਪਤਾ ਜੀ ਇਹ 42 ਅਮੈਂਡਮੈਂਟ ਦੇ ਤਹਿਤ ਹੀ ਸ਼ਾਮਲ ਕੀਤੇ ਗਏ ਸੀ 1976 ਦੇ ਵਿੱਚ। ਉਸ ਟਾਈਮ ਇਹ 10 ਸੀਗੇ, ਪਰ ਅੱਜ ਦੇ ਸਮੇਂ ਦੇ ਵਿੱਚ ਇਹ ਕਿੰਨੇ ਨੇ? 11 ਨੇ। ਤਾਂ ਇਹਦਾ ਆਨਸਰ ਬਣੂਗਾ ਜੀ C ਆਨਸਰ। ਨੈਕਸਟ ਜੀ 12 ਨੰਬਰ ਕੁਐਸਚਨ, ਹੂ ਵਾਜ਼ ਨੋਟ ਦਾ ਵਾਈਸ ਪ੍ਰੈਜ਼ੀਡੈਂਟ? ਇਹਨਾਂ ਵਿੱਚੋਂ ਕਿਹੜਾ ਭਾਰਤ ਦਾ ਉਪ ਰਾਸ਼ਟਰਪਤੀ ਨਹੀਂ ਰਿਹਾ? ਕ੍ਰਿਸ਼ਨ ਕਾਂਤ ਰਹੇ ਨੇ ਜੀ, BD ਜੱਤੀ ਵੀ ਰਹੇ ਨੇ, ਤੇ ਭੈਰੋ ਸਿੰਘ ਸ਼ੇਖਾਵਤ ਵੀ ਰਹੇ ਨੇ। ਤਾਂ ਇਹ ਤਿੰਨੇ ਰਹੇ ਨਹੀਂ, ਇਹਦਾ ਮਤਲਬ ਕੀ ਹੈ? ਨਾਨਾ ਜੀ ਦੇਸ਼ਮੁਖ ਜਿਹੜੇ ਸੀ ਇਹ ਭਾਰਤ ਦੇ ਉਪ ਰਾਸ਼ਟਰਪਤੀ ਨਹੀਂ ਰਹੇ। ਤਾਂ 12 ਦਾ ਆਨਸਰ ਆ ਗਿਆ ਜੀ A ਆਨਸਰ। 13 ਨੰਬਰ ਕੁਐਸਚਨ ਦਾ ਆਨਸਰ ਦੇਖੋ, ਭਾਰਤ ਦਾ ਕਿਹੜਾ ਆਰਟੀਕਲ ਜਿਹੜਾ ਛੂਆਛਾਤ ਦੇ ਖਾਤਮੇ ਦੇ ਨਾਲ ਸੰਬੰਧਿਤ ਹੈ? ਠੀਕ ਹੈ ਜੀ, ਅਨਟੱਚੇਬਿਲਟੀ ਨੂੰ ਕੀ ਕਰਦਾ ਹੈ? ਅਬੋਲਿਸ਼ ਕਰਦਾ ਹੈ, ਐਬੋਲਿਸ਼ਨ ਕਰਦਾ ਹੈਗਾ। ਤਾਂ ਸਾਨੂੰ ਪਤਾ ਹੈ ਜੀ ਇਹ ਸਮਾਨਤਾ ਦੇ ਅਧਿਕਾਰ ਦੇ ਵਿੱਚ ਆ ਜਾਂਦਾ। ਤਾਂ ਆਰਟੀਕਲ ਨੰਬਰ 17 ਜਿਹੜਾ ਹੈਗਾ ਛੂਆਛਾਤ ਨੂੰ ਰੋਕਦਾ ਜਾਂ ਛੂਆਛਾਤ ਦਾ ਖਾਤਮਾ ਕਰਦਾ ਹੈ, ਠੀਕ ਹੈ। ਨੈਕਸਟ ਜੀ 14 ਨੰਬਰ ਕੁਐਸਚਨ, ਜਿਹੜਾ WHO ਦਾ ਜਿਹੜਾ ਹੈਡਕੁਆਟਰ ਹੈ ਉਹ ਕਿੱਥੇ ਹੈ? WHO ਦਾ ਹੈਡਕੁਆਟਰ, ਕਿਉਂਕਿ ਅੱਜ ਕੱਲ੍ਹ ਚਰਚਾ ਦੇ ਵਿੱਚ ਹੈ WHO, ਠੀਕ ਹੈ। ਤੇ ਇਹਦਾ ਹੈਡਕੁਆਟਰ ਜੀ ਕਿੱਥੇ? ਜਿਨੇਵਾ ਦੇ ਵਿੱਚ ਹੈ। WHO ਦਾ ਵਰਲਡ ਹੈਲਥ ਆਰਗੇਨਾਈਜੇਸ਼ਨ ਜਿਹੜਾ ਹੈਡਕੁਆਟਰ ਹੈ ਇਹ ਜਿਨੇਵਾ ਦੇ ਵਿੱਚ ਹੈ। 15 ਨੰਬਰ ਕੁਐਸਚਨ ਰਿਪੀਟਡ ਕੁਐਸਚਨ ਹੈ, UNO ਕਦੋਂ ਹੋਂਦ ਦੇ ਵਿੱਚ ਆਇਆ ਸੀ? ਸਭ ਨੂੰ ਪਤਾ ਹੈ ਜੀ ਇਹ 24 ਅਕਤੂਬਰ 1945 ਨੂੰ ਹੋਂਦ ਦੇ ਵਿੱਚ ਆਇਆ ਸੀਗਾ, ਠੀਕ ਹੈ ਜੀ। ਤਾਂ ਇਹਦਾ ਆਨਸਰ ਬਣ ਜਾਊਗਾ ਜੀ A, 15 ਦਾ A ਆਨਸਰ। ਨੈਕਸਟ ਹੈ ਜੀ ਰਿਪੀਟਡ ਕੁਐਸਚਨ ਦੁਬਾਰਾ ਫਿਰ, ਹੈਡ ਆਫਿਸ ਦਾ ਯੂਨੈਸਕੋ ਦਾ ਜਿਹੜਾ ਹੈਡਕੁਆਟਰ ਕਿੱਥੇ ਹੈਗਾ? ਸਾਨੂੰ ਪਤਾ ਹੈ ਇਹ ਪੈਰਿਸ ਦੇ ਵਿੱਚ ਹੈ, ਫਰਾਂਸ ਦੇ ਵਿੱਚ ਹੈ, ਠੀਕ ਹੈ ਜੀ। ਫਰਾਂਸ ਦੀ ਰਾਜਧਾਨੀ ਪੈਰਿਸ ਦੇ ਵਿੱਚ ਹੈ। ਤਾਂ 16 ਆਨਸਰ ਬਣ ਗਿਆ C ਆਨਸਰ। ਨੈਕਸਟ ਜੀ 17 ਨੰਬਰ, ਕਿਸ ਦੇਸ਼ ਕੋਲ? ਇਹ ਵੀ ਕੁਐਸਚਨ ਪਿਛਲੀ ਵਾਰ ਪੁੱਛਿਆ ਗਿਆ ਸੀ, ਪਰ ਇਹਦੇ ਵਿੱਚ ਆਪਸ਼ਨ ਜਿਹੜੀ ਚੇਂਜ ਕੀਤੀ ਗਈ ਹੈ। ਕਿਸ ਦੇਸ਼ ਕੋਲ UNO ਦੀ ਸੁਰੱਖਿਆ ਪਰਿਸ਼ਦ ਵਿੱਚ ਵੀਟੋ ਪਾਵਰ ਨਹੀਂ ਹੈ? ਸਾਨੂੰ ਪਤਾ ਹੀ 5 ਦੇਸ਼ਾਂ ਕੋਲ ਵੀਟੋ ਪਾਵਰ ਹੈ ਜੀ, ਠੀਕ ਹੈ ਜੀ। USA ਕੋਲ ਹੈਗੀ ਹੈ, ਚੀਨ ਕੋਲ ਵੀ ਹੈਗੀ ਹੈ, UK ਕੋਲ ਵੀ ਹੈਗੀ ਹੈ, ਪਰ ਜਾਪਾਨ ਕੋਲੇ ਨਹੀਂ ਹੈਗੀ। ਤਾਂ ਇਹਦਾ ਮਤਲਬ ਕੀ ਹੋ ਗਿਆ? 17 ਦਾ ਬਣ ਜਾਊਗਾ ਸਾਡੇ ਕੋਲੇ B ਆਪਸ਼ਨ। 18 ਨੰਬਰ ਕੁਐਸਚਨ ਦੇਖੋ, ਸੁਪਰੀਮ ਕੋਰਟ ਦੇ ਜੱਜ ਦੀ ਸੇਵਾ ਮੁਕਤੀ ਦੀ ਉਮਰ ਕਿੰਨੀ ਹੁੰਦੀ ਹੈ? ਇਹ ਸਭ ਨੂੰ ਪਤਾ ਹੈ ਜੀ, ਇਹ ਹੁੰਦੀ ਹੈ 65 ਸਾਲ ਦੀ। 65 ਸਾਲ ਤੱਕ ਸੁਪਰੀਮ ਕੋਰਟ ਦਾ ਜਿਹੜਾ ਜੱਜ ਹੈਗਾ ਉਹ ਆਪਣੇ ਅਹੁਦੇ ਤੇ ਕੰਮ ਕਰ ਸਕਦਾ ਹੈਗਾ। ਤਾਂ 18 ਨੰਬਰ ਦਾ ਬਣੂਗਾ D। 19 ਨੰਬਰ ਦੇਖੋ ਜੀ, ਹਾਈ ਕੋਰਟ ਦੇ ਜੱਜ ਦੀ, ਤਾਂ ਹਾਈ ਕੋਰਟ ਦੇ ਜੱਜ ਦੀ ਉਸ ਤੋਂ 3 ਸਾਲ ਘੱਟ ਹੁੰਦੀ ਹੈ। ਤਾਂ ਹਾਈ ਕੋਰਟ ਦੇ ਜੱਜ ਦੀ ਉਮਰ ਹੁੰਦੀ ਹੈ ਸੇਵਾ ਮੁਕਤੀ ਦੀ B ਆਪਸ਼ਨ ਆ ਜਾਊਗਾ। ਤਾਂ 19 ਦਾ ਬਣ ਜਾਊਗਾ ਜੀ B। 20 ਨੰਬਰ ਕੁਐਸਚਨ ਦੇਖੋ, ਕਿਹੜਾ ਆਰਟੀਕਲ ਧਰਮ ਦੀ ਆਜ਼ਾਦੀ ਦੇ ਨਾਲ ਅਤੇ ਆਜ਼ਾਦੀ ਦਾ ਅਧਿਕਾਰ ਦਿੰਦਾ ਹੈ? ਵੈਸੇ ਤਾਂ ਜਿਹੜਾ ਧਰਮ ਦੀ ਆਜ਼ਾਦੀ ਦਿੱਤੀ ਗਈ ਹੈ ਉਹ ਸਾਨੂੰ ਦਿੱਤੀ ਗਈ 25 ਤੋਂ ਲੈ ਕੇ 28 ਅਧਿਕਾਰ ਦੀ, 28 ਦੇ ਵਿੱਚ ਆ ਜਾਂਦਾ ਹੈ, ਠੀਕ ਹੈ ਜੀ। ਤਾਂ ਇਹਦਾ ਆਨਸਰ ਬਣੂਗਾ ਆਈ ਥਿੰਕ ਇਹ ਆਨਸਰ ਬਣੂਗਾ ਜੀ A, 25। ਵੈਸੇ 26 ਵੀ ਧਰਮ ਦੀ ਆਜ਼ਾਦੀ ਨਾਲ ਸੰਬੰਧਿਤ ਹੈ, ਪਰ ਇਹਦੇ ਵਿੱਚ 26 ਦੇ ਵਿੱਚ ਹੋਰ ਵਰਣਨ ਕੀਤਾ ਗਿਆ, 28 ਦੇ ਵਿੱਚ ਹੋਰ ਵਰਣਨ ਕੀਤਾ ਗਿਆ। ਤਾਂ ਇਹਦਾ ਆਨਸਰ ਆਊਗਾ ਜੀ A, 20 ਦਾ A ਆਨਸਰ। ਨੈਕਸਟ ਹੈ ਜੀ ਸਰਕਾਰੀ ਕਮਿਸ਼ਨ, ਠੀਕ ਹੈ। ਸਰਕਾਰੀ ਕਮਿਸ਼ਨ ਤੁਹਾਨੂੰ ਪਤਾ ਹੀ ਇਹ ਕਾਫੀ ਇੰਪੋਰਟੈਂਟ ਹੈਗਾ, ਪਹਿਲਾਂ ਵੀ ਰਿਪੀਟਡ ਕੁਐਸਚਨ ਹੈ ਇਹ, ਪਹਿਲਾਂ ਵੀ ਆਇਆ ਹੋਇਆ। 21 ਬਣਦਾ ਜੀ ਕੇਂਦਰ ਰਾਜ ਸੰਬੰਧਾਂ ਦੇ ਨਾਲ ਰਿਲੇਟਡ ਹੈਗਾ। ਤੇ 1983 ਦੇ ਵਿੱਚ ਇਹਦੀ ਸਥਾਪਨਾ ਕੀਤੀ ਗਈ ਸੀ। ਤੇ 1987 ਵਿੱਚ ਇਹਨੇ ਆਪਣੀ ਪਾਰਟੀਕੂਲਰ ਜਿਹੜੀ ਰਿਪੋਰਟ ਦਿੱਤੀ ਸੀਗੀ ਉਹ। 21 ਦਾ ਬਣੂਗਾ ਜੀ C ਆਨਸਰ। ਨੈਕਸਟ 22 ਦਾ ਭਾਰਤੀ ਚੋਣ ਕਮਿਸ਼ਨ, ਇਹ ਵੀ ਰਿਪੀਟ ਕੁਐਸਚਨ ਹੈਗਾ। ਤਾਂ ਹੈਗਾ ਜੀ B ਆਨਸਰ। 24 ਜਨਵਰੀ 1950 ਨੂੰ ਸਾਡਾ ਜਿਹੜਾ ਚੋਣ ਕਮਿਸ਼ਨ ਸੀ ਉਹ ਸਥਾਪਿਤ ਹੋਇਆ ਸੀਗਾ। 22 ਦਾ ਇਹ ਰਿਪੀਟਡ ਕੁਐਸਚਨ ਹੈ। 23 ਨੰਬਰ ਕੁਐਸਚਨ ਦੇਖੋ ਜੀ, ਇਹਨਾਂ ਨੇ ਪੁੱਛਿਆ ਜੀ, ਪਿਛਲੇ ਵਾਰ ਵੀ ਕੁਐਸਚਨ ਪੁੱਛਿਆ ਗਿਆ ਸੀਗਾ, ਉਸ ਟਾਈਮ 2015 ਵਿੱਚ ਪੁੱਛਿਆ ਗਿਆ ਸੀ ਕੁਐਸਚਨ ਇਹ ਵੀ, ਉਸ ਟਾਈਮ ਕੌਣ ਸੀਗਾ? ਤਾਂ ਭਾਰਤ ਦਾ ਮੁੱਖ ਚੋਣ ਕਮਿਸ਼ਨਰ ਕੌਣ ਹੈ? ਤਾਂ ਇਸ ਟਾਈਮ ਕੌਣ ਨੇ ਜੀ? ਇਸ ਟਾਈਮ ਹੈਗੇ ਨੇ ਜੀ ਸੁਨੀਲ ਅਰੋੜਾ। ਤਾਂ ਇਹ ਆਨਸਰ ਬਣ ਜੂਗਾ 23 ਦਾ A ਆਨਸਰ। 24 ਨੰਬਰ ਜੀ, ਜਸਟਿਸ ਕੁਲਦੀਪ ਸਿੰਘ ਜਿਹੜੇ ਸੀਗੇ, ਤਾਂ ਸਾਨੂੰ ਪਤਾ ਹੈ ਜੀ ਜਿਹੜਾ ਸਾਡਾ ਆਰਟੀਕਲ ਨੰਬਰ 82 ਹੈ, ਤਾਂ ਉਹਦੇ ਤਹਿਤ ਇੱਕ ਜਿਹੜਾ 82 ਦੇ ਤਹਿਤ ਇਹਦੀ ਵਿਆਖਿਆ ਜਿਹੜੀ ਹੱਦਬੰਦੀ ਕਮਿਸ਼ਨ ਜਿਹੜਾ ਹੈਗਾ ਇਹਨੂੰ ਜਿਹੜਾ ਸਥਾਪਿਤ ਕੀਤਾ ਜਾਂਦਾ ਹੁੰਦਾ ਹੈ। ਤਾਂ ਇਹ 1952, 62 ਤੇ 72 ਦੇ ਵਿੱਚ ਸਟੈਬਲਿਸ਼ ਹੋਇਆ ਸੀਗਾ। ਇਸ ਤੋਂ ਬਾਅਦ ਇਹਨੂੰ ਸਥਾਪਿਤ ਕੀਤਾ ਗਿਆ ਸੀ 2002 ਦੇ ਵਿੱਚ। ਤਾਂ ਦੇਖੋ ਜੀ 2002 ਹੈਗਾ ਇੱਥੇ ਜੀ, ਤਾਂ ਜੁਲਾਈ ਆਨਸਰ ਆ ਜਾਊਗਾ ਇੱਥੇ 2002 ਦਾ, ਠੀਕ ਹੈ ਜੀ। ਤਾਂ 24 ਦਾ ਆ ਗਿਆ ਜੀ C ਆਨਸਰ। ਨੈਕਸਟ ਹੈ ਜੀ, ਇਹਨਾਂ ਵਿੱਚੋਂ ਭਾਰਤ ਦਾ ਮੁੱਖ ਚੋਣ ਕਮਿਸ਼ਨਰ ਕਿਹੜਾ ਨਹੀਂ ਸੀ? ਠੀਕ ਹੈ, ਤਾਂ ਸਾਨੂੰ ਦੇਖਣੇ ਪੈਣਗੇ ਵੀ ਕਿਹੜੇ ਕਿਹੜੇ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਰਹੇ ਨੇ। ਇਹਨਾਂ ਵਿੱਚੋਂ SY ਕੁਰੈਸ਼ੀ ਰਹੇ ਨੇ, ਕੁਐਸਚਨ 2015 ਦੇ ਪੇਪਰ ਦੇ ਵਿੱਚ ਆਇਆ ਸੀਗਾ ਇਹਨਾਂ ਦਾ। ਤੇ MS ਗਿੱਲ ਦਾ ਵੀ ਕੁਐਸਚਨ ਆਇਆ ਸੀਗਾ, ਠੀਕ ਹੈ। ਮਨੋਹਰ ਸਿੰਘ ਗਿੱਲ ਜਿਹੜੇ ਸੀਗੇ। NK ਸਿੰਘ ਜਿਹੜੇ ਨੇ, ਇਹ ਜਿਹੜੇ ਨੇ ਸਾਡੇ RK ਤ੍ਰਿਵੇਦੀ ਵੀ ਰਹੇ ਨੇ। NK ਸਿੰਘ ਜਿਹੜੇ ਇਹ ਜਿਹੜੇ ਸਾਡੇ ਉਹ ਵਰਤਮਾਨ ਦੇ ਵਿੱਚ ਕਿਸੇ ਹੋਰ ਆਯੋਗ ਦੇ ਚੇਅਰਮੈਨ ਨੇ, ਮੇਰੇ ਦਿਮਾਗ ਦੇ ਵਿੱਚ ਸਕਿਪ ਹੋ ਗਿਆ ਇਹ। ਤੇ ਜਿਹੜੇ NK ਸਿੰਘ ਨੇ ਜੀ, ਇਹ ਸਾਡੇ ਜਿਹੜਾ ਵਰਤਮਾਨ ਦੇ ਵਿੱਚ ਇਹ ਫਾਈਨੈਂਸ ਕਮਿਸ਼ਨ ਦੇ ਚੇਅਰਮੈਨ ਨੇਗੇ। ਤਾਂ ਇਸ ਕਰਕੇ ਇਹਨਾਂ ਵਿੱਚੋਂ ਮੁੱਖ ਚੋਣ ਕਮਿਸ਼ਨ ਕਿਹੜਾ ਨਹੀਂ ਹੈ? ਤਾਂ NK ਸਿੰਘ ਜਿਹੜੇ ਸੀਗੇ ਜੀ, ਇਹ ਆਨਸਰ ਆ ਜਾਊਗਾ D ਆਨਸਰ।
25 ਦਾ डी बन गया। नोटा पहला भी क्वेश्चन आएगा, ठीक है जी, पर वो ਇਹਦੇ ਨਾਲ ਰਿਲੇਟਡ क्वेश्चन ਬਣਿਆ ਪਹਿਲਾਂ ਉਹ ਤਾਂ ਨੋਟਾ ਸਟੈਂਡ ਫॉर ਸੀਗਾ ਪਹਿਲਾਂ ਵੀ ਨੋਟਾ ਦੀ ਫੁੱਲ ਫਾਰਮ ਪੁੱਛੀ ਗਈ ਸੀ ਤਾਂ ਨੋਟਾ ਕਿਸ ਲਈ ਸੰਬੰਧਿਤ ਹੈ ਇਹਨਾਂ ਵਿੱਚੋਂ। ਤਾਂ ਤੁਹਾਨੂੰ ਪਤਾ ਵੀ ਇਲੈਕਸ਼ਨ ਦੇ ਵਿੱਚ ਜਿਹੜੀ VOTING ਮਸ਼ੀਨ ਹੁੰਦੀ ਉਹਦੇ ਵਿੱਚ ਜਿਹੜਾ ਲਾਸਟ ਵਰਡ ਹੁੰਦਾ ਹੈਗਾ ਜਾਂ ਲਾਸਟ ਜਿਹੜਾ ਬਟਨ ਹੁੰਦਾ ਉਹ ਨੋਟਾ ਦਾ ਹੁੰਦਾ। ਤਾਂ ਕਿਸ ਨਾਲ ਸੰਬੰਧਿਤ ਹੈ ਜੀ ਇਹ, ਕੀ ਇਹ ਚੋਣ ਦੇ ਨਾਲ ਸੰਬੰਧਿਤ, ਇਲੈਕਸ਼ਨ ਨਾਲ ਸੰਬੰਧਿਤ ਹੈ। ਨੈਕਸਟ ਹੈ ਜੀ ਹੈੱਡ ਆਫਿਸ ਆਫ ਦਾ ILO ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਜਿਹੜੀ ਹੈ ਇਹਦਾ ਹੈੱਡਕੁਆਟਰ ਜਿਹੜਾ ਕਿੱਥੇ ਹੈ, ਸਾਨੂੰ ਪਤਾ ਜੀ ਹੈੱਡਕੁਆਟਰ ਇਹਦਾ ਕਿੱਥੇ ਜੀ ਜਨੇਵਾ ਦੇ ਵਿੱਚ ਹੈੱਡਕੁਆਟਰ ਦਾ। 27 ਦਾ ਬਣ ਜੂਗਾ ਜੀ डी ਆਨਸਰ। ਨੈਕਸਟ ਹੈ ਜੀ ਕੇਸ਼ਵਾਨੰਦ ਭਾਰਤੀ, ਕਾਫੀ ਇੰਪੋਰਟੈਂਟ ਮਾਮਲਾ ਹੈਗਾ, ਰਿਪੀਟਡ ਕੁਐਸਚਨ ਹੈ ਇਹ। ਕੇਸ਼ਵਾਨੰਦ ਭਾਰਤੀ ਮਾਮਲਾ ਜਿਹੜਾ ਹੈਗਾ ਇਹ ਜੁੜਿਆ ਹੋਇਆ। ਹੁਣ ਰਿਪੀਟਡ ਮੈਂ ਤੁਹਾਨੂੰ ਕਿਉਂ ਕਹਿ ਰਿਹਾ ਕਿਉਂਕਿ ਇਹ 2017 ਦੇ ਪੇਪਰ ਦੇ ਵਿੱਚ ਜਾਂ 60 ਦੇ ਪੇਪਰ ਦੇ ਵਿੱਚ ਜਾਂ ਫਿਰ 2015 ਦੇ ਵਿੱਚ ਜਿਹੜਾ ਲੈਕਚਰਰ ਦਾ ਪੇਪਰ ਹੋਇਆ ਸੀਗਾ ਉਹਦੇ ਨਾਲ ਰਿਲੇਟਡ ਕੁਐਸਚਨ ਇਹ ਹੋ ਸਕਦਾ ਹੈਗਾ, ਠੀਕ ਹੈ। ਤਾਂ ਇਹ ਕੇਸ਼ਵਾਨੰਦ ਭਾਰਤੀ ਸਾਨੂੰ ਪਤਾ ਹੈ ਜੀ ਬੇਸਿਕ ਸਟਰਕਚਰ ਆਫ ਕਨਸਟੀਟਿਊਸ਼ਨ ਜਾਂ ਸੰਵਿਧਾਨ ਦਾ ਮੁੱਢਲਾ ਢਾਂਚਾ ਹੈ, ਇਹਦੇ ਨਾਲ ਸੰਬੰਧਿਤ ਹੈ। 28 ਦਾ ਬਣ ਜੂਗਾ ਜੀ B। ਨੈਕਸਟ ਹੈ ਜੀ ਮੰਡਲ ਕਮਿਸ਼ਨ, ਦੁਬਾਰਾ ਫਿਰ ਰਿਪੀਟਡ ਕੁਐਸਚਨ ਹੈ। ਤਾਂ ਇਹ ਕਿਸ ਚੀਜ਼ ਨਾਲ ਸੰਬੰਧਿਤ ਹੈ ਜੀ, ਡੀਲਸ ਵਿਦ ਤਾਂ ਇਹ ਪਛੜੀ ਸ਼੍ਰੇਣੀ ਨਾਲ ਸੰਬੰਧਿਤ। ਸਾਨੂੰ ਪਤਾ ਵੀ 1978 ਦੇ ਵਿੱਚ ਮੰਡਲ ਕਮਿਸ਼ਨ BP ਮੰਡਲ ਦੀ ਅਗਵਾਈ ਦੇ ਵਿੱਚ ਐਸਟੈਬਲਿਸ਼ ਕੀਤਾ ਗਿਆ ਸੀ ਪਛੜੀ ਸ਼੍ਰੇਣੀਆਂ ਦੇ ਲਈ। ਨੈਕਸਟ ਹੈ ਜੀ ਰਿਪੀਟਡ ਕੁਐਸਚਨ ਦੁਬਾਰਾ ਫਿਰ ਆ ਰਿਹਾ DMK ਦਾ। ਤਾਂ DMK ਜਿਹੜੀ ਪਾਰਟੀ ਹੈ ਇਹ ਕਿੱਥੇ ਵਰਕ ਕਰਦੀ ਹੈ, ਤਾਂ ਇਹ ਤਮਿਲਨਾਡੂ ਦੇ ਵੀ ਵਰਕ ਕਰਦੀ ਹੈਗੀ। ਤਾਂ ਇਹਦੀ ਜਿਹੜੀ ਹੈੱਡ ਸੀਗੀ ਪਹਿਲਾਂ ਜੈਲਲਿਤਾ ਸੀਗੀ ਤੇ 30 ਦਾ ਨੰਬਰ ਬਣ ਗਿਆ ਜੀ, 30 ਨੰਬਰ ਦਾ ਬਣ ਗਿਆ C ਆਪਸ਼ਨ। ਨੈਕਸਟ ਕੁਐਸਚਨ ਹੈ ਜੀ ਚਿਪਕੋ ਮੂਵਮੈਂਟ, ਇਹ ਵੀ ਕੁਐਸਚਨ ਆਇਆ ਹੋਇਆ ਪਹਿਲਾਂ। ਚਿਪਕੋ ਮੂਵਮੈਂਟ ਦਾ ਕੀ ਅਰਥ ਹੈ, ਜੰਗਲਾਂ ਅਤੇ ਰੁੱਖਾਂ ਦੀ ਸੁਰੱਖਿਆ। ਤਾਂ ਇਹਦਾ ਆਨਸਰ ਆ ਜਾਊਗਾ 31 ਦਾ A ਆਨਸਰ। ਨੈਕਸਟ ਹੈ ਜੀ ਵਿਚ ਪਾਰਟੀ ਸਿਸਟਮ ਪ੍ਰੀਵਲਸ ਇਨ ਇੰਡੀਆ, ਭਾਰਤ ਦੇ ਵਿੱਚ ਕਿਹੜਾ ਪਾਰਟੀ ਸਿਸਟਮ ਚੱਲਦਾ ਹੈਗਾ, ਠੀਕ ਹੈ, ਜਾਂ ਭਾਰਤ ਵਿੱਚ ਕਿਹੜਾ ਸਿਸਟਮ ਪਾਇਆ ਜਾਂਦਾ। ਤਾਂ ਸਾਨੂੰ ਪਤਾ ਹੈ ਬਹੁਤ ਪਾਰਟੀ ਸਿਸਟਮ ਪਾਇਆ ਜਾਂਦਾ, ਇਹ ਵੀ ਰਿਪੀਟਡ ਕੁਐਸਚਨ ਹੈਗਾ। ਨੈਕਸਟ ਹੈ ਜੀ ਭਗਵੰਤ ਮਾਨ, ਵੈਰੀ ਸਿੰਪਲ ਕੁਐਸਚਨ ਹੈ ਭਗਵੰਤ ਮਾਨ ਦਾ। ਭਗਵੰਤ ਮਾਨ ਕਿਹੜੀ ਪਾਰਟੀ ਨਾਲ ਸੰਬੰਧਿਤ ਹਨ, ਤਾਂ ਇਹ ਸਾਨੂੰ ਪਤਾ ਵੀ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੇਗੇ। ਪ੍ਰਧਾਨ ਬਾਰੇ ਕੁਐਸਚਨ ਪਾਰਟੀਆਂ ਨਾਲ ਰਿਲੇਟਡ ਚੈਪਟਰ ਸਾਡੇ ਹੈਗਾ ਸੀਗਾ ਇਹਦੇ ਵਿੱਚ। ਤਾਂ ਇਹਦਾ ਆਨਸਰ ਆ ਜਾਊਗਾ ਜੀ 33 ਦਾ A ਆਮ ਆਦਮੀ ਪਾਰਟੀ, ਠੀਕ ਹੈ। ਹੋਰ ਤਾਂ ਨਹੀਂ ਕੋਈ ਇਹਦੇ ਵਿੱਚ ਹੈਗਾ, ਕਈ ਵਾਰ ਸਪੈਲਿੰਗ ਗਲਤ ਹੁੰਦੇ ਨੇ, ਆਮ ਆਦਮੀ ਪਾਰਟੀ, ਓਕੇ ਜੀ। ਤਾਂ 33 ਦਾ ਬਣ ਗਿਆ ਜੀ A। 34 ਦਾ, ਕਿਉਂਕਿ ਬੜੇ ਸਿੰਪਲ ਕੁਐਸਚਨ ਨੇ ਤਾਂ ਭਗਵੰਤ ਮਾਨ ਤੁਹਾਨੂੰ ਪਤਾ ਹੀ ਹੈ ਬਿਲਕੁਲ, ਦਿਮਾਗ ਵਿੱਚ ਇੱਕੋ ਹੀ ਆਪਸ਼ਨ ਕਲਿੱਕ ਕਰਦੀ ਹੈ ਤਾਂ ਉਹ ਆ ਗਿਆ ਜੀ ਆਮ ਆਦਮੀ ਪਾਰਟੀ। ਨੈਕਸਟ ਜੀ ਵਿਚ ਪਾਰਟੀ ਡਸ ਦਾ ਸਪੀਕਰ ਆਫ ਪੰਜਾਬ ਲੈਜਿਸਲੇਟਿਵ ਬਿਲੋਂਗ ਟੂ, ਮਤਲਬ ਜਿਹੜਾ ਪੰਜਾਬ ਦਾ ਜਿਹੜਾ ਵਿਧਾਨ ਸਭਾ ਸਪੀਕਰ ਹੈ ਉਹ ਕਿਸ ਪਾਰਟੀ ਨਾਲ ਸੰਬੰਧਿਤ ਹੈਗਾ। ਤਾਂ ਇਹ ਸਾਨੂੰ ਪਤਾ ਹੈ ਜੀ ਜਿਹੜਾ ਸਪੀਕਰ ਹੁੰਦਾ ਕਿਸੇ ਪਾਰਟੀ ਦਾ ਤਾਂ ਉਹ ਜਿਹੜੀ ਮੌਜੂਦਾ ਪਾਰਟੀ ਦੀ ਜਿਹਦੀ ਸਰਕਾਰ ਹੁੰਦੀ ਹੈ ਉਹਦੇ ਨਾਲ ਸੰਬੰਧਿਤ ਹੁੰਦਾ ਹੈ। ਤਾਂ ਇਹ ਇੰਡੀਅਨ ਨੈਸ਼ਨਲ ਕਾਂਗਰਸ ਜਾਂ ਕਾਂਗਰਸ ਨਾਲ ਸੰਬੰਧਿਤ ਹੈ। ਤਾਂ INC ਦਾ ਆਨਸਰ ਆ ਜਾਊਗਾ 34 ਦਾ C ਬਣ ਗਿਆ। ਨੈਕਸਟ ਹੈ ਜੀ ਭਾਰਤ ਵਿੱਚ ਆਮ ਚੋਣਾਂ ਦਾ ਆਧਾਰ ਕੀ ਹੈ। ਸਾਨੂੰ ਪਤਾ ਵੀ ਭਾਰਤ ਵਿੱਚ ਜਿਹੜੀਆਂ ਇਹ ਬਾਲਗ ਮਤ ਅਧਿਕਾਰ ਦੇ ਉੱਪਰ ਜਿਹੜੀ ਹੈ ਭਾਰਤ ਵਿੱਚ ਜਿਹੜਾ ਸਿਸਟਮ ਬਣਾਇਆ ਗਿਆ ਬਾਲਗ ਮਤ ਅਧਿਕਾਰ ਦਾ ਅਧਿਕਾਰ ਦਿੱਤਾ ਗਿਆ, ਵੋਟਾਂ ਪਾਉਣ ਚੋਣ ਇਲੈਕਸ਼ਨ ਦੇ ਵਿੱਚ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ ਹੈਗਾ। ਤਾਂ ਇਹਦਾ ਜੋ ਜੀ ਬਾਲਗ ਸਰਫੇਸ। ਤਾਂ 35 ਦਾ ਆਨਸਰ ਆ ਗਿਆ ਜੀ A। ਨੈਕਸਟ ਹੈ ਜੀ ਅੱਛੇ ਦਿਨ, ਇਹ ਸਭ ਨੂੰ ਪਤਾ ਹੋਊਗਾ ਵੀ ਅੱਛੇ ਦਿਨ ਦਾ ਜਿਹੜਾ ਨਾਰਾ ਕਿਹਨੇ ਦਿੱਤਾ ਸੀਗਾ, ਇਹ ਸਭ ਨੂੰ ਪਤਾ ਜੀ, ਇਹ ਸਾਡੇ ਨਰਿੰਦਰ ਮੋਦੀ ਸਾਹਿਬ ਨੇ ਦਿੱਤਾ ਸੀ ਅੱਛੇ ਦਿਨ। 36 ਦਾ ਬਣ ਗਿਆ A ਆਨਸਰ। ਨੈਕਸਟ ਹੈ 37 1977 ਦੇ ਵਿੱਚ ਜਨਤਾ ਪਾਰਟੀ ਦੀ ਸਰਕਾਰ ਬਣੀ ਸੀ। ਤਾਂ ਕਿਹਨੇ ਕੌਣ ਇਹਦੇ ਵਿੱਚ ਪ੍ਰਾਈਮ ਮਿਨਿਸਟਰ ਬਣੇ ਸੀਗੇ, ਤਾਂ ਸਾਨੂੰ ਪਤਾ ਜੀ ਮੁਰਾਰਜੀ ਦੇਸਾਈ ਪਹਿਲੇ ਗੈਰ ਕਾਂਗਰਸੀ ਪ੍ਰਧਾਨ ਮੰਤਰੀ ਸੀਗੇ ਜੀ, ਠੀਕ ਹੈ ਜੀ। ਸਭ ਤੋਂ ਲੰਬੀ ਉਮਰ ਦੇ ਵਿੱਚ ਪ੍ਰਧਾਨ ਮੰਤਰੀ ਬਣਨ ਵਾਲੇ ਸੀਗੇ ਇਹ ਮੁਰਾਰਜੀ ਦੇਸਾਈ। 37 ਦਾ ਆ ਗਿਆ C। 38 ਦਾ ਦੇਖੋ ਜੀ ਜੈ ਪ੍ਰਕਾਸ਼ ਨਾਰਾਇਣ, ਰਿਪੀਟਡ ਕੁਐਸਚਨ ਦੁਬਾਰਾ। ਤਾਂ ਇਹਨਾਂ ਨੇ ਕੀ ਨਾਰਾ ਦਿੱਤਾ ਸੀ ਜਾਂ ਕਿਹੜੀ ਰੈਵੋਲੂਸ਼ਨ ਦੇ ਲਈ ਜਾਣੇ ਜਾਂਦੇ ਨੇ, ਤਾਂ ਇਹ ਕੁੱਲ ਇਨਕਲਾਬ ਜਾਂ ਟੋਟਲ ਰੈਵੋਲੂਸ਼ਨ, ਠੀਕ ਹੈ ਜੀ, ਸੰਪੂਰਨ ਕ੍ਰਾਂਤੀ ਦੇ ਲਈ ਜਾਣੇ ਜਾਂਦੇ ਨੇ ਇਹ। 39 ਦਾ ਦੇਖੋ ਜੀ ਪੰਜਾਬ ਨੂੰ ਭਾਸ਼ਾ ਦੇ ਆਧਾਰ ਤੇ ਕਦੋਂ ਪੁਨਰ ਵੰਡਿਆ ਗਿਆ ਸੀਗਾ, ਇਹ ਬਿਲਕੁਲ ਸਿੰਪਲ ਕੁਐਸਚਨ ਹੈ ਪਰ ਰਿਪੀਟਡ ਕੁਐਸਚਨ ਹੈ। ਤਾਂ 1966 ਦੇ ਵਿੱਚ ਪੰਜਾਬ ਨੂੰ ਜਿਹੜਾ ਸੀ ਭਾਸ਼ਾ ਦੇ ਆਧਾਰ ਤੇ ਵੰਡਿਆ ਗਿਆ ਸੀਗਾ। ਤੇ ਨੈਕਸਟ ਹੈ ਜੀ ਸੰਤ ਫਤਿਹ ਸਿੰਘ, ਰਿਪੀਟਡ ਕੁਐਸਚਨ ਹੈ, ਕਿਸ ਪਾਰਟੀ ਨਾਲ ਸੰਬੰਧ ਰੱਖਦੇ ਨੇ, ਤਾਂ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧ ਰੱਖਦੇ ਸੀ ਜੀ ਇਹ। ਫਤਿਹਪੁਰ ਸੰਤ ਫਤਿਹ ਸਿੰਘ ਜਿਹੜੇ ਸੀਗੇ ਇਹ ਅਨੰਦਪੁਰ ਸਾਹਿਬ ਦੇ ਮਤੇ ਲਈ ਵੀ ਜਾਣੇ ਜਾਂਦੇ ਨੇਗੇ। ਨੈਕਸਟ ਹੈ ਜੀ ਬਲਵੰਤ ਰਾਏ ਮਹਿਤਾ ਕਮੇਟੀ, ਇਹ ਵੀ ਰਿਪੀਟਡ ਕੁਐਸਚਨ ਹੈਗਾ। ਤੇ ਬਲਵੰਤ ਰਾਏ ਮਹਿਤਾ ਕਮੇਟੀ ਸਾਨੂੰ ਪਤਾ ਹੈ ਜੀ ਪੰਚਾਇਤੀ ਰਾਜ ਦੇ ਨਾਲ ਸੰਬੰਧਿਤ ਸੀਗੀ, ਪੰਚਾਇਤੀ ਰਾਜ ਸੰਸਥਾਵਾਂ। ਹੋਰ ਦੇਖੋ ਕੋਈ ਆਪਸ਼ਨ ਨੇੜੇ ਦੇ ਵੀ ਨਹੀਂ ਹੈਗਾ, ਇਸ ਕਰਕੇ ਸਾਡੇ ਦਿਮਾਗ ਦੇ ਵਿੱਚ ਉਹਦੀ ਕਲਿੱਕ ਕਰਦਾ ਹੈ ਵੀ ਬਲਵੰਤ ਰਾਏ ਮਹਿਤਾ ਕਮੇਟੀ, ਹਾਂਜੀ ਪੰਚਾਇਤੀ ਰਾਜ ਨਾਲ, ਠੀਕ ਹੈ ਜੀ। ਜੇ ਤੁਸੀਂ ਤਿਆਰੀ ਕੀਤੀ ਹੋਈ ਥੋੜੀ ਬਹੁਤ ਪਹਿਲਾਂ ਵੀ, ਤਾਂ ਜੇ ਥੋੜੀ ਬਹੁਤ ਵੀ ਤਿਆਰੀ ਤੁਸੀਂ ਕੀਤੀ ਹੋਈ ਤਾਂ ਇਹਦੇ ਵਿੱਚ ਤੁਸੀਂ ਆਰਾਮ ਨਾਲ 140 ਨੰਬਰ ਜਿਹੜੇ ਸੀ ਉਹ ਕਾਊਂਟ ਕਰ ਸਕਦੇ ਸੀਗੇ। 42 ਦਾ ਦੇਖੋ ਜੀ ਚੇਅਰਮੈਨ ਇਜ਼ ਦਾ ਹੈਡ ਆਫ, ਤਾਂ ਚੇਅਰਮੈਨ ਕਿਸ ਦਾ ਮੁਖੀ ਹੈ। ਹੁਣ ਇਹਦੇ ਵਿੱਚ ਤੁਹਾਨੂੰ ਸ਼ਾਇਦ ਗ੍ਰੇਸ ਨੰਬਰ ਮਿਲ ਸਕਦੀ ਹੈ। ਗ੍ਰੇਸ ਨੰਬਰ ਕਿਵੇਂ ਮਿਲ ਸਕਦੀ ਹੈ, ਕਿਉਂਕਿ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਹੈ ਇਹਦਾ ਵੀ ਚੇਅਰਮੈਨ ਹੁੰਦਾ, ਪੰਚਾਇਤ ਸਮਿਤੀ ਜਾਂ ਬਲਾਕ ਸਮਿਤੀ ਦਾ ਚੇਅਰਮੈਨ ਹੁੰਦਾ, ਮਿਊਨਿਸਪਲ ਕਾਰਪੋਰੇਸ਼ਨ ਜਿਹੜੀ ਹੈ। ਜੇ ਇਹ ਪੁੱਛਦਾ ਵੀ ਚੇਅਰਮੈਨ ਇਹਨਾਂ ਵਿੱਚੋਂ ਕਿਹੜਾ ਨਹੀਂ ਹੈ, ਚੇਅਰਮੈਨ ਇਜ਼ ਨੋਟ ਦਾ ਹੈਡ ਆਫ, ਠੀਕ ਹੈ, ਕਿਉਂਕਿ ਮਿਊਨਿਸਪਲ ਕਾਰਪੋਰੇਸ਼ਨ ਦਾ ਜਿਹੜਾ ਹੁੰਦਾ ਉਹ ਹੁੰਦਾ ਮੇਅਰ, ਠੀਕ ਹੈ ਜੀ। ਤਾਂ ਆਈ ਥਿੰਕ ਇਹਦੀ ਗ੍ਰੇਸ ਨੰਬਰ ਤੁਹਾਨੂੰ ਮਿਲਣੀ ਚਾਹੀਦੀ ਹੈ, ਕਿਉਂਕਿ ਬਲਾਕ ਸਮਿਤੀ ਦਾ ਵੀ ਚੇਅਰਮੈਨ ਤੇ ਬਲਾਕ ਸਮਿਤੀ ਜਾਂ ਪੰਚਾਇਤ ਸਮਿਤੀ ਲਗਭਗ ਸੇਮ ਜੀ ਹੈ, ਤੇ ਜ਼ਿਲ੍ਹਾ ਪਰਿਸ਼ਦ ਦਾ ਵੀ ਚੇਅਰਮੈਨ ਹੁੰਦਾ, ਇਸ ਕਰਕੇ ਇਹਦਾ ਕੋਈ ਵੀ ਆਪਸ਼ਨ ਆਈ ਥਿੰਕ ਇਹਦੇ ਅਕੋਰਡਿੰਗ ਨਹੀਂ ਬਣ ਰਿਹਾ ਹੈਗਾ। ਤਾਂ ਜੋ ਗ੍ਰੇਸ ਨੰਬਰ ਮਿਲਣੀ ਚਾਹੀਦੀ ਹੈ। ਜੇ ਇੱਥੇ ਨੋਟ ਹੁੰਦਾ ਫਿਰ ਆਪਾਂ ਇਹਦਾ ਆਪਸ਼ਨ ਲਾ ਦਿੰਦੇ ਜੀ D, ਪਰ ਇੱਥੇ ਨੋਟ ਨਹੀਂ ਹੈਗਾ, ਇਸ ਕਰਕੇ ਇਹਦੀ ਗ੍ਰੇਸ ਨੰਬਰ ਤੁਹਾਨੂੰ ਮਿਲਣੀ ਚਾਹੀਦੀ ਹੈ। ਨੈਕਸਟ ਹੈ ਜੀ 43 ਨੰਬਰ ਜਿਹੜਾ ਦਾ ਆਨੰਦਪੁਰ ਸਾਹਿਬ ਰੈਵੋਲੂਸ਼ਨ,
ਰੈਜੂਲੇਸ਼ਨ ਜਿਹੜਾ ਹੈਗਾ ਅਨੰਦਪੁਰ ਸਾਹਿਬ ਦਾ ਜਿਹੜਾ ਮਤਾ ਹੈਗਾ ਇਹ ਕਿਸ ਲਈ ਜਾਣਿਆ ਜਾਂਦਾ, ਇਹ ਸਾਨੂੰ ਜਿਹੜਾ ਅਨੰਦਪੁਰ ਸਾਹਿਬ ਦਾ ਮਤਾ ਆਇਆ ਸੀ ਤਾਂ ਇਹ ਰਾਜਾਂ ਨੂੰ ਖੁਦ ਮੁਖਤਿਆਰੀ ਦੇਣ ਦੀ ਜਾਂ ਰਾਜਾਂ ਨੂੰ ਅਟੋਨਮੀ ਦੇਣ ਦੀ ਗੱਲ ਕਰਦਾ ਸੀਗਾ, ਤੇ 1973 ਦੇ ਵਿੱਚ ਲਿਆਂਦਾ ਗਿਆ ਸੀ ਮਤਾ ਇਹ। ਠੀਕ ਹੈ ਜੀ, ਤਾਂ ਇਹ ਰਾਜਾਂ ਨੂੰ ਵੱਧ ਤੋਂ ਵੱਧ ਪਾਵਰਾਂ ਜਾਂ ਰਾਜਾਂ ਨੂੰ ਖੁਦ ਮੁਖਤਿਆਰੀ ਦੇਣ ਦੀ ਗੱਲ ਕਰਦਾ ਸੀ। ਤਾਂ 43 ਦਾ ਜਿਹੜਾ ਬਣ ਗਿਆ ਜੀ ਉਹ ਸੀ ਆਪਸ਼ਨ ਬਣ ਗਿਆ। ਨੈਕਸਟ ਹੈ ਜੀ, ਵਿਚ ਪਾਰਟੀ ਐਡਮਿਨਿਸਟ੍ਰੇਟਰ ਦਾ ਸਟੇਟ ਆਫ ਰਾਜਸਥਾਨ। ਰਾਜਸਥਾਨ ਦੀ ਕਿਹੜੀ ਪਾਰਟੀ ਦੀ ਸਰਕਾਰ ਹੈ? ਤੁਹਾਨੂੰ ਪਤਾ ਕਿ ਉੱਥੇ ਕਾਂਗਰਸ ਸਰਕਾਰ ਹੈ, ਤਾਂ ਕਾਂਗਰਸ ਦਾ ਮਤਲਬ INC ਮਤਲਬ ਇੰਡੀਅਨ ਨੈਸ਼ਨਲ ਕਾਂਗਰਸ ਜਿਹੜੀ ਹੈ ਇਹਦੀ ਸਰਕਾਰ ਹੈ ਜੀ ਉੱਥੇ। ਤਾਂ 44 ਦਾ ਆ ਗਿਆ ਜੀ B। 45 ਦੇਖੋ ਜੀ, ਮਿਊਨਿਸਪਲ ਕੌਂਸਲ ਇਜ ਮੀਨਡ, ਮਤਲਬ ਜਿਹੜੀ ਨਗਰ ਕੌਂਸਲ ਹੈ ਬਣਾਈ ਜਾਂਦੀ, ਕਿੱਥੇ ਬਣਾਈ ਜਾਂਦੀ ਹੈ? ਤਾਂ ਇਹ ਛੋਟੇ ਸ਼ਹਿਰ ਲਈ ਬਣਾਈ ਜਾਂਦੀ ਨਹੀਂ, ਇੱਥੇ ਜੀ ਨਗਰ ਪੰਚਾਇਤ ਹੁੰਦੀ ਹੈ, ਤਾਂ ਇਸ ਕਰਕੇ ਆਪਸ਼ਨ A ਨਹੀਂ ਬਣੂਗੀ। ਵੱਡੇ ਲਈ ਹੁੰਦੀ ਹੈ ਜੀ ਜਿਹੜੀ ਸਾਡੀ ਹੈ ਸਾਡੀਆਂ ਨਗਰ ਨਿਗਮਸ ਜਿਹੜੀਆਂ ਮਿਊਨਿਸਪਲ ਕਾਰਪੋਰੇਸ਼ਨਸ ਨੇਗੀਆਂ ਉੱਥੇ ਬਣਾਈਆਂ ਜਾਂਦੀਆਂ ਨੇਗੀਆਂ, ਤਾਂ ਇਹਦਾ ਆਨਸਰ ਵੀ ਨਹੀਂ ਆਊਗਾ ਇਹ। ਉਪਨਗਰ ਖੇਤਰ ਲਈ ਵੀ ਨਹੀਂ ਆਊਗਾ, ਤਾਂ ਇਹਦਾ ਮਤਲਬ ਹੈਗਾ ਸ਼ਹਿਰ ਦੇ ਇਲਾਕੇ ਲਈ ਬਣਾਈ ਜਾਂਦੀ ਹੈ ਇਹ। ਠੀਕ ਹੈ ਜੀ, ਸ਼ਹਿਰ ਦੇ ਇਲਾਕੇ ਲਈ ਬਣਾਈ ਜਾਂਦੀ ਹੈ। ਜੇ ਛੋਟੇ ਸ਼ਹਿਰ ਨੇ ਤਾਂ ਉਹਨਾਂ ਵਾਸਤੇ ਫਿਰ ਅਸੀਂ ਕੀ ਬਣਾਉਂਦੇ ਹਾਂ? ਉਹਨਾਂ ਵਾਸਤੇ ਅਸੀਂ ਬਣਾਉਂਦੇ ਹਾਂ ਨਗਰ ਪੰਚਾਇਤ। ਵੱਡੇ ਲਈ ਅਸੀਂ ਬਣਾ ਦਿੰਦੇ ਹੈਗੇ ਨਗਰ ਨਿਗਮ, ਤੇ ਸ਼ਹਿਰ ਦੇ ਇਲਾਕੇ ਲਈ ਅਸੀਂ ਜਿਹੜੀ ਬਣਾ ਦਿੰਦੇ ਹਾਂ ਉਹ ਬਣਾ ਦਿੰਦੇ ਹਾਂ ਉਹ ਨਗਰ ਕੌਂਸਲ। ਠੀਕ ਹੈ ਜੀ, ਇਹਨੂੰ ਵੀ ਅਸੀਂ ਕਈ ਕੈਟਾਗਰੀ ਇਹਦੇ ਵਿੱਚ ਵੰਡ ਦਿੰਦੇ ਹਾਂ ਫਿਰ। ਠੀਕ ਹੈ, ਇਹਦੇ ਵਿੱਚ ਜਿਵੇਂ ਨਗਰ ਪੰਚਾਇਤ 1, ਨਗਰ ਪੰਚਾਇਤ 2, ਨਗਰ ਪੰਚਾਇਤ 3, ਇਹ ਆਬਾਦੀ ਦੇ ਅਕੋਰਡਿੰਗ ਜਿਹੜੀ ਵੰਡੀ ਜਾਂਦੀ ਹੁੰਦੀ ਹੈ। ਠੀਕ ਹੈ, ਤਾਂ ਇਹ ਆ ਗਿਆ ਜੀ 45 ਦਾ D। ਨੈਕਸਟ ਹੈ ਜੀ, ਹੂ ਰੋਡ ਦਾ ਕੈਪੀਟਲ। ਕੈਪੀਟਲ ਜਿਹੜੀ ਹੈ ਕੋਈ ਮਤਲਬ ਇਹਨਾਂ ਦੇ ਵਿੱਚੋਂ ਸੈਂਟ ਸਾਈਮਨ ਜਾਂ ਲੈਨਿਨ ਦੀ ਜਾਂ ਮਾਓ ਸੇ ਤੁੰਗ ਦੀ ਕੋਈ ਬੁੱਕ ਨਹੀਂ ਹੈਗੀ। ਕਾਰਲ ਮਾਰਕਸ ਦੀ ਇੱਕ ਬੁੱਕ ਦਾ ਨਾਮ ਹੈ ਜੀ ਦਾਸ ਕੈਪੀਟਲ। ਠੀਕ ਹੈ, ਤਾਂ ਦਾਸ ਕੈਪੀਟਲ ਦੇ ਅਕੋਰਡਿੰਗ ਜਿਹੜਾ ਆਨਸਰ ਬਣੂਗਾ ਉਹ C ਬਣੂਗਾ, ਕਾਰਲ ਮਾਰਕਸ ਦਾ ਆਨਸਰ ਬਣਨਾ ਚਾਹੀਦਾ ਇਹਦੇ ਵਿੱਚ। ਠੀਕ ਹੈ, ਤੇ ਦਾ ਕੈਪੀਟਲ ਬੁੱਕ ਮੇਰੇ ਧਿਆਨ ਦੇ ਵਿੱਚ ਕੋਈ ਨਹੀਂ ਹੈਗੀ ਬੁੱਕ ਕਿਹੜੀ ਦਾ ਕੈਪੀਟਲ। ਠੀਕ ਹੈ, ਤਾਂ ਇਹਨਾਂ ਵਿੱਚੋਂ ਕਿਸੇ ਨੇ ਲਿਖੀ ਹੋਵੇ। ਠੀਕ ਹੈ, ਇਹ ਨਹੀਂ ਬਣ ਰਿਹਾ ਆਨਸਰ, ਤਾਂ ਇਸ ਕਰਕੇ ਜੇ ਦਾਸ ਕੈਪੀਟਲ ਆਨਸਰ ਆਊਗਾ ਤਾਂ ਫਿਰ ਤੁਹਾਨੂੰ ਇਹਦੀ ਵੀ ਗ੍ਰੇਸ ਨੰਬਰ ਜਿਹੜੀ ਉਹ ਮਿਲ ਸਕਦੀ ਹੈ ਜੀ। ਠੀਕ ਹੈ, ਨੈਕਸਟ ਹੈ ਜੀ 47 ਨੰਬਰ ਦੇਖੋ, ਟਰਸਟੀਸ਼ਿਪ ਰਿਪੀਟਡ ਕੁਐਸਚਨ ਹੈ। ਟਰਸਟੀਸ਼ਿਪ ਦੀ ਭਾਵਨਾ ਜਿਹੜੀ ਸੀਗੀ ਜਾਂ ਧਾਰਨਾ ਜਿਹੜੀ ਸੀ ਉਹ ਮਹਾਤਮਾ ਗਾਂਧੀ ਨਾਲ ਜੁੜੀ ਹੋਈ ਹੈ, ਤਾਂ ਆਪਸ਼ਨ ਆ ਗਿਆ ਜੀ B। 47 ਦਾ B ਆਪਸ਼ਨ। ਨੈਕਸਟ ਹੈ ਰਿਪੀਟਡ ਕੁਐਸਚਨ ਹੈ ਦੁਬਾਰਾ। ਲਿਬਰਟੀ ਜਿਹੜਾ ਸ਼ਬਦ ਹੈਗਾ ਕਿਹੜੀ ਭਾਸ਼ਾ ਦੇ ਨਾਲ ਸੰਬੰਧਿਤ ਹੈ ਜਾਂ ਕਿਹੜੀ ਭਾਸ਼ਾ ਤੋਂ ਲਿਆ ਗਿਆ ਲਿਬਰਟੀ ਸ਼ਬਦ? ਤਾਂ ਸਾਨੂੰ ਪਤਾ ਜੀ ਲੈਟਿਨ ਭਾਸ਼ਾ ਜਾਂ ਲਾਤੀਨੀ ਭਾਸ਼ਾ ਦਾ ਸ਼ਬਦ ਹੈ, ਲੈਟਿਨ ਭਾਸ਼ਾ ਦਾ ਸ਼ਬਦ ਸੀ ਇਹ। 48 ਦਾ ਇਹ ਆ ਗਿਆ ਜੀ। 49 ਦਾ ਦੇਖੋ ਜੀ, ਕਾਰਲ ਮਾਰਕਸ ਕਿਹੜੀ ਧਾਰਨਾ ਦੇ ਨਾਲ ਜੁੜੇ ਹੋਏ ਸੀਗੇ? ਤਾਂ ਇਹ ਫਿਰਕਾਪ੍ਰਸਤੀ, ਸਿੰਡੀਕਲਿਜ਼ਮ, ਪੂੰਜੀਵਾਦ। ਇਹ ਸਾਨੂੰ ਪਤਾ ਜੀ ਕਾਰਲ ਮਾਰਕਸ ਕਲਾਸ ਸੰਘਰਸ਼ ਦੇ ਨਾਲ ਜੁੜੇ ਹੋਏ ਨੇ, ਵਰਗ ਸੰਘਰਸ਼ ਦੇ ਨਾਲ ਜੁੜੇ ਹੋਏ ਨੇਗੇ, ਤਾਂ ਇਹਦਾ ਆਨਸਰ ਆ ਗਿਆ ਜੀ 49 ਦਾ D ਆਨਸਰ। 50 ਨੰਬਰ ਕੁਐਸਚਨ ਦੇਖੋ ਜੀ, ਵਿਗਿਆਨਿਕ ਸਮਾਜਵਾਦ ਦੇ ਉੱਪਰ ਕਿਹਨੇ ਜ਼ੋਰ ਦਿੱਤਾ ਸੀ? ਤਾਂ ਇਹ ਸਾਨੂੰ ਪਤਾ ਹੈ ਜੀ, ਰਿਪੀਟਡ ਕੁਐਸਚਨ ਹੈ ਦੁਬਾਰਾ ਇਹ। 50 ਦਾ ਆ ਗਿਆ ਜੀ B, ਤਾਂ ਇਹ ਆ ਗਿਆ ਜੀ ਕਾਰਲ ਮਾਰਕਸ ਵਿਗਿਆਨਿਕ ਸਮਾਜਵਾਦ ਦੀ ਧਾਰਨਾ ਲੈ ਕੇ ਆਏ ਸੀਗੇ, ਕਾਰਲ ਮਾਰਕਸ ਦੇ ਫਾਊਂਡਰ ਮੰਨੇ ਜਾਂਦੇ ਨੇ। ਨੈਕਸਟ ਜੀ ਵਿਨੋਬਾ ਭਾਵੇ। ਵਿਨੋਬਾ ਭਾਵੇ ਦਾ ਰਿਪੀਟਡ ਕੁਐਸਚਨ ਹੈ। ਵਿਨੋਬਾ ਭਾਵੇ ਕਿਸ ਨਾਲ ਸੰਬੰਧੀ ਸੀਗੇ ਜੀ? ਤਾਂ ਇਹ ਸੀਗੇ ਜੀ ਭੂਦਾਨ ਅੰਦੋਲਨ ਨਾਲ। ਪਹਿਲਾਂ ਪੁੱਛਿਆ ਗਿਆ ਸੀ ਭੂਦਾਨ ਅੰਦੋਲਨ ਕਿਹੜਾ ਸੰਬੰਧੀ ਸ਼ਾਇਦ, ਤਾਂ ਇਹ ਭੂਦਾਨ ਅੰਦੋਲਨ ਸੰਬੰਧੀ ਸੀਗੇ ਜੀ, ਗਾਂਧੀਵਾਦੀ ਸੀਗੇ ਇਹ। ਤੇ 51 ਦਾ ਆ ਗਿਆ ਜੀ C ਆਨਸਰ। ਨੈਕਸਟ ਜੀ ਹਿੰਦ ਸਵਰਾਜ ਪੁਸਤਕ ਕਿਹਨੇ ਲਿਖੀ ਸੀ? ਦੁਬਾਰਾ ਰਿਪੀਟਡ ਕੁਐਸਚਨ ਹੈ, ਤਾਂ ਇਹ ਲਿਖੀ ਸੀ ਜੀ MK ਗਾਂਧੀ ਨੇ, ਮੋਹਨਦਾਸ ਕਰਮਚੰਦ ਗਾਂਧੀ ਨੇ ਲਿਖੀ ਸੀ। ਠੀਕ ਹੈ ਜੀ, ਤਾਂ 52 ਦਾ ਆ ਗਿਆ ਜੀ B ਆਨਸਰ। ਨੈਕਸਟ ਜੀ 53 ਇਹਨਾਂ ਵਿੱਚੋਂ ਤੁਸੀਂ ਕੋਈ ਫਿਲੋਸਫਰ ਦੀ ਪਛਾਣ ਕਰਨੀ ਹੈ, ਇਹਨਾਂ ਵਿੱਚੋਂ ਦਾਰਸ਼ਨਿਕ ਦੱਸਣਾ ਕਿਹੜਾ ਹੈਗਾ? ਤਾਂ ਅੰਨਾ ਹਜ਼ਾਰੇ ਦਾਰਸ਼ਨਿਕ ਨਹੀਂ ਸੀਗੇ। ਠੀਕ ਹੈ, ਵੀ ਗਰੀਬ ਦਾਰਸ਼ਨਿਕ ਨਹੀਂ ਸੀਗੇ। ਦਾਰਸ਼ਨਿਕ ਫਿਲੋਸਫਰ ਜਿਹੜੇ ਐਜੂਕੇਸ਼ਨ ਸਾਡੇ ਰਹੇ ਨੇ, ਫਿਲੋਸਫਰ ਰਹੇ ਨੇ, ਤਾਂ ਡਾਕਟਰ S ਰਾਧਾ ਕ੍ਰਿਸ਼ਨ ਸਾਡੇ ਫਿਲੋਸਫਰ ਸੀਗੇ ਜੀ ਇਹ। ਨੈਕਸਟ ਹੈ ਜੀ, ਇਹਨਾਂ ਵਿੱਚੋਂ ਲਿਬਰਜ਼ਮ ਕਿਸ ਚੀਜ਼ ਦੀ ਲਿਬਰਜ਼ਮ ਇਹਦੇ ਨਾਲ ਸੰਬੰਧਿਤ ਹੈ? ਲਿਬਰਜ਼ਮ ਜਿਹੜਾ ਸਾਡਾ ਉਦਾਰਵਾਦ ਹੈ ਕਿਸ ਚੀਜ਼ ਦੀ ਗੱਲ ਕਰਦਾ ਹੈ? ਤਾਂ ਤਰਕਸ਼ੀਲ ਨਾਗਰਿਕ ਦੀ ਗੱਲ ਕਰਦਾ ਹੈ, ਧਾਰਮਿਕ ਵਿਅਕਤੀ ਦੀ ਗੱਲ ਕਰਦਾ ਹੈ, ਸਵਾਰਥੀ ਵਿਅਕਤੀ ਦੀ ਕਰਦਾ ਹੈ, ਤਾਂ ਇਹਦਾ ਆਨਸਰ ਬਣੂਗਾ ਜੀ ਸਾਡਾ D ਆਨਸਰ। 54 ਦਾ D ਆਨਸਰ ਆਊਗਾ। ਸਰਵੋਦਿਆ ਜਿਹੜਾ ਲੀਡਰ ਹੈ ਜੀ, ਸਰਵੋਦਿਆ ਲੀਡਰ ਦੀ ਪਛਾਣ ਕਰਨੀ ਅਸੀਂ, ਸਰਵੋਦਿਆ। ਠੀਕ ਹੈ, ਤਾਂ ਇਹਦੇ ਵਿੱਚੋਂ ਰਾਮ ਮਨੋਹਰ ਲੋਹੀਆ ਵੈਸੇ ਹੈ, ਰਾਮਚੰਦਰ ਲੋਹੀਆ ਨਹੀਂ, ਰਾਮ ਮਨੋਹਰ ਲੋਹੀਆ ਆਉਣਾ ਸੀ ਇਹਦਾ। ਠੀਕ ਹੈ, ਪਰ ਇੱਥੇ ਨਹੀਂ ਆਊਗਾ ਰਾਮ ਮਨੋਹਰ ਲੋਹੀਆ ਸਮਾਜਵਾਦੀ ਲੀਡਰ ਨੇ। S ਚੰਦਰ ਸ਼ੇਖਰ ਵੀ ਨਹੀਂ ਹੈਗੇ, ਤੇ ਜ਼ਾਕਿਰ ਹੁਸੈਨ ਵੀ ਨਹੀਂ ਹੈਗੇ, ਤਾਂ ਉਹ ਆ ਜੀ ਵਿਨੋਬਾ ਭਾਵੇ। ਠੀਕ ਹੈ, ਵਿਨੋਬਾ ਭਾਵੇ ਸਰਵੋਦਿਆ ਲੀਡਰ ਸੀਗੇ। ਤਾਂ ਇਹਦਾ ਆ ਗਿਆ ਜੀ ਵਿਨੋਬਾ ਭਾਵੇ। ਠੀਕ ਹੈ, ਸਰਵੋਦਿਆ ਲੀਡਰ ਦੀ ਰਿਪੀਟਡ ਕੁਐਸਚਨ ਹੈਗਾ ਇਹ। ਅੱਗੇ ਜੀ 56 ਨੰਬਰ ਕੁਐਸਚਨ ਦੇਖੋ, ਇਹ ਵੀ ਰਿਪੀਟਡ ਕੁਐਸਚਨ ਹੈ। ਮਹਾਤਮਾ ਗਾਂਧੀ ਕਿਹਦੇ ਵਿਚਾਰਧਾਰਾ ਨਾਲ ਪ੍ਰਭਾਵਿਤ ਸੀਗੇ? ਤਾਂ ਉਹਨਾਂ ਨੇ 4 ਆਪਸ਼ਨ ਦੇ ਰੱਖੀਆਂ ਸੀ, ਪਹਿਲਾਂ 3 ਆਪਸ਼ਨ ਦਿੱਤੀਆਂ ਸੀ, ਤਾਂ ਸਾਰੇ ਆਉਣਾ ਸੀਗਾ, ਪਰ ਇਹਦੇ ਵਿੱਚੋਂ ਜਿਹੜੇ ਸੀਗੇ ਇਹ ਲਿਓ ਟਾਲਸਟਾਏ ਦੀ ਵਿਚਾਰਧਾਰਾ ਨਾਲ ਪ੍ਰਭਾਵਿਤ ਸੀ, ਇਹਨਾਂ ਵਿੱਚੋਂ ਕਿਸੇ ਦੇ ਨਾਲ ਨਹੀਂ ਸੀਗੇ। ਠੀਕ ਹੈ, ਤਾਂ ਇਹ ਆ ਜਾਊਗਾ ਜੀ A ਆਨਸਰ ਇਹਦਾ। 56 ਦਾ A ਆ ਗਿਆ। ਠੀਕ ਹੈ, 56 ਦਾ A। ਨੈਕਸਟ ਹੈ ਜੀ ਮਹਾਤਮਾ ਗਾਂਧੀ ਦਾ ਕਤਲ ਕਦੋਂ ਹੋਇਆ ਸੀ? ਤਾਂ ਸਾਨੂੰ ਪਤਾ ਹੈ ਜੀ 30 ਜਨਵਰੀ 1948 ਨੂੰ ਮਹਾਤਮਾ ਗਾਂਧੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਨੱਥੂ ਰਾਮ ਗੌਂਡਸੇ ਵੱਲੋਂ, ਤਾਂ 1948 ਆਊਗਾ ਇਹ।
ਨੈਕਸਟ ਹੈ ਜੀ ਕਾਰਲ ਮਾਰਕਸ ਨੇ ਇਹਨਾਂ ਵਿੱਚੋਂ ਕਿਹੜੀ ਕ੍ਰਾਂਤੀ ਨੂੰ ਪ੍ਰਭਾਵਿਤ ਕੀਤਾ ਸੀਗਾ? ਤਾਂ ਕਾਰਲ ਮਾਰਕਸ ਨੇ ਇਹਨਾਂ ਵਿੱਚੋਂ ਦੇਖੋ, ਕਿਉਂਕਿ ਕਾਰਲ ਮਾਰਕਸ ਨੇ ਗਲੋਰੀਅਸ ਰੈਵੋਲੂਸ਼ਨ ਨੂੰ ਪ੍ਰਭਾਵਿਤ ਨਹੀਂ ਕੀਤਾ, ਕਿਉਂਕਿ ਉਸ ਸਮੇਂ ਜਨਮ ਨਹੀਂ ਹੋਇਆ ਸੀ ਇਹਨਾਂ ਦਾ, ਇਸ ਟਾਈਮ ਵੀ ਜਨਮ ਨਹੀਂ ਹੋਇਆ ਸੀ ਇਹਨਾਂ ਦਾ। 1911 ਦੇ ਵਿੱਚ ਜਿਹੜੀ ਚਾਈਨੀਜ਼ ਰੈਵੋਲੂਸ਼ਨ ਦਿਖਾਈ ਇਹਨਾਂ ਨੇ, ਚਾਈਨੀਜ਼ ਰੈਵੋਲੂਸ਼ਨ ਜਿਹੜੀ 1949 ਦੇ ਵਿੱਚ ਹੋਈ ਹੈ, ਤੇ ਰਸ਼ੀਅਨ ਰੈਵੋਲੂਸ਼ਨ ਨੂੰ ਪ੍ਰਭਾਵਿਤ ਕੀਤਾ ਸੀਗਾ ਲੈਨਿਨ ਦੀ ਅਗਵਾਈ ਦੇ ਵਿੱਚ ਜਿਹੜੀ ਹੋਈ ਸੀ। ਤਾਂ ਆਨਸਰ ਬਣ ਗਿਆ ਜੀ ਡੀ। ਨੈਕਸਟ ਹੈ ਜੀ ਕਾਰਲ ਮਾਰਕਸ ਦੀ ਜਿਹੜੀ ਮੌਤ ਹੋਈ ਸੀ ਕਿੱਥੇ ਹੋਈ ਸੀਗੀ? ਕਾਰਲ ਮਾਰਕਸ ਦੀ ਜਿਹੜੀ ਮੌਤ ਹੋਈ ਸੀ ਇਹ ਇੰਗਲੈਂਡ ਦੇ ਵਿੱਚ ਹੋਈ ਸੀਗੀ। ਤਾਂ ਆਪਸ਼ਨ ਬਣ ਗਿਆ ਜੀ ਬੀ, 59 ਦਾ ਬੀ। ਨੈਕਸਟ ਹੈ ਜੀ ਬਿਲਕੁਲ ਸਿੰਪਲ ਕੁਐਸਚਨ ਹੈ, 60 ਨੰਬਰ ਦੇਖੋ। ਤਾਂ ਭਾਰਤ ਵਿੱਚ ਹੇਠਲੇ ਸਦਨ ਦੀ ਪਛਾਣ ਕਰਨੀ ਹੈ ਇਹਦੇ ਵਿੱਚੋਂ, ਤਾਂ ਕੀ ਆ ਜਾਊਗਾ ਜੀ? ਵੀ ਆ ਜਾਊਗਾ ਹੇਠਲਾ ਸਦਨ। ਸਾਨੂੰ ਪਤਾ ਉੱਪਰਲਾ ਸਦਨ ਕਿਹੜਾ ਹੁੰਦਾ? ਰਾਜ ਸਭਾ ਦਾ ਹੁੰਦਾ ਹੈ, ਤੇ ਹੇਠਲਾ ਸਦਨ ਕੀ ਹੈ? ਲੋਕ ਸਭਾ ਦਾ। 60 ਦਾ ਬਣ ਗਿਆ ਬੀ। 61 ਦਾ ਦੇਖੋ ਜੀ, ਹੂ ਇਜ਼ ਨੋਟ ਦਾ ਪ੍ਰੈਜ਼ੀਡੈਂਟ ਆਫ ਇੰਡੀਆ ਜਾਂ ਪ੍ਰੈਜ਼ੀਡੈਂਟ ਆਫ ਇੰਡੀਅਨ ਰਿਪਬਲਿਕ? ਭਾਰਤ ਦੀ ਗਣਰਾਜ ਦਾ ਕਿਹੜਾ ਰਾਸ਼ਟਰਪਤੀ ਦੇ ਵਿੱਚੋਂ ਨਹੀਂ ਸੀ? ਤਾਂ ਪ੍ਰਣਬ ਮੁਖਰਜੀ ਵੀ ਰਹੇ ਨੇ, ਇਸ ਤੋਂ ਪਹਿਲਾਂ ਸੀਗੇ ਪ੍ਰਤਿਭਾ ਪਾਟਿਲ ਵੀ ਰਹੇ ਨੇ, ਵੀ ਗਿਰੀ ਵੀ ਰਹੇ ਨੇ। ਤਾਂ ਕਿਹੜਾ ਨਹੀਂ ਰਿਹਾ ਜੀ? ਮੁਰਲੀ ਮਨੋਹਰ ਜੋਸ਼ੀ ਜਾਂ MM ਜੋਸ਼ੀ ਦੇ ਵਿੱਚੋਂ ਨਹੀਂ ਰਹੇ। ਤਾਂ 61 ਦਾ ਆਨਸਰ ਬਣੂਗਾ ਜੀ ਉਹ ਇਹ ਬਣੂਗਾ। ਨੈਕਸਟ ਜੀ 62 ਨੰਬਰ ਰਿਪੀਟਡ ਕੁਐਸਚਨ ਹੈ, ਕਿਹੜੇ ਆਰਟੀਕਲ ਦੇ ਅਧੀਨ ਭਾਰਤ ਦੇ ਰਾਸ਼ਟਰਪਤੀ ਨੂੰ ਮਹਾਦੋਸ਼ ਕੀਤਾ ਜਾ ਸਕਦਾ ਜਾਂ ਉਹਦੇ ਉੱਪਰ ਮਹਾਦੋਸ਼ ਜਿਹੜਾ ਉਹ ਲਾਇਆ ਜਾ ਸਕਦਾ? ਆਰਟੀਕਲ ਨੰਬਰ 61 ਦੇ ਤਹਿਤ ਇਹਨੂੰ ਇਹਦੇ ਉੱਪਰ ਮਹਾਦੋਸ਼ ਜਿਹੜਾ ਉਹ ਲਾਇਆ ਜਾ ਸਕਦਾ ਹੈਗਾ। 63 ਨੰਬਰ ਦੇਖੋ, ਜਦੋਂ ਐਮ ਹਿਦਾਇਤੁੱਲਾ ਭਾਰਤ ਦੇ ਪਹਿਲੇ CGI ਸੀਗੇ ਜਿਹੜੇ ਉਪ ਰਾਸ਼ਟਰਪਤੀ ਦੇ ਅਹੁਦੇ ਤੇ ਕੰਮ ਕਰ ਚੁੱਕੇ ਨੇਗੇ। ਤਾਂ ਇਹਨਾਂ ਨੇ ਇਹੀ ਪੁੱਛਿਆ ਵੀ ਜਦੋਂ ਉਹ ਰਾਸ਼ਟਰਪਤੀ ਬਣੇ ਸੀ ਤਾਂ ਉਹ ਕਿਹੜੇ ਅਹੁਦੇ ਤੇ ਸੀਗੇ? ਕਿਉਂਕਿ ਸਾਨੂੰ ਪਤਾ ਵੀ ਜੇ ਭਾਰਤ ਦਾ ਰਾਸ਼ਟਰਪਤੀ ਨਹੀਂ ਹੁੰਦਾ ਹੈਗਾ ਤਾਂ ਵਾਈਸ ਪ੍ਰੈਜ਼ੀਡੈਂਟ ਕੰਮ ਕਰਦਾ ਜੀ, ਪਰ ਜੇ ਵਾਈਸ ਪ੍ਰੈਜ਼ੀਡੈਂਟ ਵੀ ਨਾ ਹੋਵੇ ਤਾਂ ਭਾਰਤ ਦਾ ਜਿਹੜਾ ਮੁੱਖ ਜੱਜ ਹੋਊਗਾ ਜਾਂ CGI ਹੋਊਗਾ, ਚੀਫ ਜਸਟਿਸ ਆਫ ਇੰਡੀਆ ਹੋਊਗਾ, ਤਾਂ ਉਹ ਭਾਰਤ ਦੇ ਰਾਸ਼ਟਰਪਤੀ ਦੇ ਅਹੁਦੇ ਕੰਮ ਕਰਦਾ। ਉਸ ਟਾਈਮ ਕੌਣ ਸੀ ਕੀ ਸੀਗੇ ਜੀ ਇਹ? ਤਾਂ ਇਹ ਸੀਗੇ ਜੀ ਚੀਫ ਜਸਟਿਸ ਆਫ ਇੰਡੀਆ। ਤਾਂ C ਆਨਸਰ ਆ ਗਿਆ ਨਾ, 63 ਨੰਬਰ ਦਾ C ਆਨਸਰ ਹੈ ਜੀ। 64 ਨੰਬਰ ਦਾ ਦੇਖੋ ਜੀ, ਉਸ ਪ੍ਰਧਾਨ ਮੰਤਰੀ ਦੀ ਪਛਾਣ ਕਰੋ ਜਿਸਨੇ ਸੰਸਦ ਦਾ ਸਾਹਮਣਾ ਨਹੀਂ ਕੀਤਾ। ਇਹ ਵੀ ਰਿਪੀਟਡ ਕੁਐਸਚਨ ਹੈ। ਚਰਨ ਸਿੰਘ ਵੈਰੀ ਇੰਪੋਰਟੈਂਟ ਕੁਐਸਚਨ ਹੈਗਾ ਇਹ, ਕਾਫੀ ਸਾਰੇ ਐਗਜ਼ਾਮ ਦੇ ਵਿੱਚ ਕੁਐਸਚਨ ਪੁੱਛਿਆ ਜਾਂਦਾ ਹੈ। ਤਾਂ ਚਰਨ ਸਿੰਘ ਦਾ ਆਨਸਰ ਆਊਗਾ ਜੀ ਇਹ। 65 ਨੰਬਰ ਦੇਖੋ, ਲੋਕ ਸਭਾ ਦੀ ਮੈਂਬਰਸ਼ਿਪ ਦੇ ਲਈ ਕਿੰਨੀ ਉਮਰ ਹੈ? ਮਤਲਬ ਕਿਹੜਾ ਵਿਅਕਤੀ ਕਿੰਨੇ ਸਾਲ ਦੀ ਉਮਰ ਦੇ ਵਿੱਚ ਲੋਕ ਸਭਾ ਮੈਂਬਰ ਘੱਟੋ ਘੱਟ ਬਣ ਸਕਦਾ? ਤਾਂ 25 ਸਾਲ ਦੀ ਉਮਰ ਦੇ ਵਿੱਚ ਰੱਖੀ ਗਈ। ਲੋਕ ਸਭਾ ਵਿਧਾਨ ਸਭਾ ਸੇਮ ਹੈ, ਰਾਜ ਸਭਾ ਤੇ ਵਿਧਾਨ ਪਰਿਸ਼ਦ ਸੇਮ ਹੈ, ਠੀਕ ਹੈ। ਤਾਂ 65 ਦਾ ਆ ਗਿਆ ਜੀ ਡੀ। ਨੈਕਸਟ ਹੈ ਜੀ 66 ਨੰਬਰ ਕੁਐਸਚਨ ਦੇਖੋ, ਭਾਰਤ ਦੇ ਰਾਸ਼ਟਰਪਤੀ ਦੀ ਮਿਆਦ ਕਿੰਨੀ ਹੈ? ਮਤਲਬ ਉਹਦਾ ਜਿਹੜਾ ਹੈਗਾ ਕਾਰਜਕਾਲ ਕਿੰਨਾ ਹੈਗਾ? ਤਾਂ ਇਹ ਸਾਨੂੰ ਪਤਾ ਹੀ 5 ਸਾਲ ਦਾ ਜਿਹੜਾ ਰਾਸ਼ਟਰਪਤੀ ਦਾ ਕਾਰਜਕਾਲ ਹੈ। ਕਈ ਵਿਅਕਤੀ ਮੈਂ ਦੇਖਿਆ ਇਹ ਦੱਸੀ ਜਾਂਦੇ ਸੀ ਵੀ ਡੀ ਆਨਸਰ ਆਊਗਾ, ਨਹੀਂ ਡੀ ਨਹੀਂ, ਰਾਸ਼ਟਰਪਤੀ ਦਾ ਕਾਰਜਕਾਲ ਨਿਸ਼ਚਿਤ ਕੀਤਾ ਗਿਆ ਹੈ, ਪਰ ਉਹ ਦੁਬਾਰਾ ਵੀ ਰਾਸ਼ਟਰਪਤੀ ਇਲੈਕਸ਼ਨ ਲੜ ਸਕਦਾ ਹੈ। ਉਸ ਤੋਂ ਕਿੰਨੇ ਸਮੇਂ ਲਈ ਕਿੰਨੇ ਵਾਰੀ ਇਲੈਕਸ਼ਨ ਲੜ ਸਕਦਾ? ਤਾਂ ਇਹਦਾ ਕੋਈ ਜਿਹੜਾ ਤੈਅ ਜਿਹੜਾ ਸਮਾਂ ਸੀਮਾ ਜਿਹੜੀ ਤੈਅ ਨਹੀਂ ਕੀਤੀ ਗਈ ਜਾਂ ਕਾਊਂਟਿੰਗ ਜਿਹੜੀ ਤੈਅ ਨਹੀਂ ਕੀਤੀ ਹੈਗੀ, ਪਰ ਇੱਥੇ ਰਾਸ਼ਟਰਪਤੀ ਦੀ ਜਿਹੜੀ ਮਿਆਦ ਹੈਗੀ ਉਹ ਹੈਗੀ 5 ਸਾਲ ਦੀ, ਠੀਕ ਹੈ। ਨੈਕਸਟ ਹੈ ਜੀ, ਇਸ ਟਾਈਮ ਜਿਹੜਾ ਲੋਕ ਸਭਾ ਦਾ ਸਪੀਕਰ ਹੈ ਇਹ ਪੁੱਛਿਆ ਗਿਆ ਜੀ ਕੌਣ ਨੇ ਜੀ? ਤਾਂ ਓਮ ਬਿਰਲਾ ਸਾਡੇ ਲੋਕ ਸਭਾ ਦੇ ਸਪੀਕਰ ਨੇ। 67 ਦਾ ਆ ਗਿਆ ਜੀ ਡੀ ਆਨਸਰ। ਨੈਕਸਟ ਜੀ, ਭਾਰਤ ਦਾ ਕੇਂਦਰੀ ਰੱਖਿਆ ਮੰਤਰੀ ਕੌਣ ਹੈ? ਕੇਂਦਰੀ ਰੱਖਿਆ ਮੰਤਰੀ ਹੈਗੇ ਨੇ ਜੀ ਰਾਜਨਾਥ ਸਿੰਘ। ਤਾਂ ਆਪਸ਼ਨ ਬਣ ਗਿਆ ਜੀ ਬੀ, 68 ਦਾ ਨੰਬਰ ਬੀ ਆਊਗਾ। ਨੈਕਸਟ ਹੈ ਜੀ, ਹੂ ਇਜ਼ ਦਾ ਗਵਰਨਰ ਆਫ ਪੰਜਾਬ? ਇਹ ਵੀ ਕੁਐਸਚਨ ਪਹਿਲਾਂ ਪੁੱਛਿਆ ਗਿਆ, ਪਰ ਉਸ ਟਾਈਮ ਕੁਛ ਹੋਰ ਸੀਗੇ, ਕਪਤਾਨ ਸਿੰਘ ਸੋਲੰਕੀ ਸੀਗੇ, ਪਰ ਇਸ ਟਾਈਮ ਕੌਣ ਹੈ ਜੀ? VP ਸਿੰਘ ਬਦਨੌਰ ਨੇ। ਤਾਂ ਇਸ ਕਰਕੇ ਆਨਸਰ ਬਣ ਜਾਊਗਾ ਜੀ ਡੀ। 69 ਦਾ ਬਣ ਗਿਆ ਜੀ ਡੀ ਆਨਸਰ। ਨੈਕਸਟ ਹੈ ਜੀ 70 ਨੰਬਰ ਕੁਐਸਚਨ ਦੇਖੋ, ਭਾਰਤ ਰਾਜ ਦੇ ਮੁੱਖ ਮੰਤਰੀ ਨੂੰ ਕਿਸ ਆਰਟੀਕਲ ਦੇ ਤਹਿਤ ਜਿਹੜਾ ਨਿਯੁਕਤ ਕੀਤਾ ਜਾਂਦਾ ਹੈ? ਤਾਂ ਇਹ ਆ ਗਿਆ ਜੀ ਆਪਸ਼ਨ ਆ ਗਿਆ ਜੀ ਆਰਟੀਕਲ ਨੰਬਰ 164, ਠੀਕ ਹੈ। ਤਾਂ ਇਹਦਾ ਬਣ ਗਿਆ ਜੀ 70 ਨੰਬਰ ਦਾ ਏ। ਨੈਕਸਟ ਹੈ ਜੀ 71 ਨੰਬਰ, ਭਾਰਤ ਦੀ ਸੰਵਿਧਾਨ ਦੀ 8ਵੀਂ ਸੂਚੀ ਕੀ ਤੈਅ ਕਰਦੀ ਹੈ? ਇੱਕ ਵੀਡੀਓਸ ਆਪਾਂ ਪਾਈਆਂ ਸੀਗੀਆਂ ਸੂਚੀਆਂ ਬਾਰੇ, ਤਾਂ ਇਹ ਕੁਐਸਚਨ ਦੇਖੋ ਸਾਨੂੰ ਪਤਾ ਹੀ ਹੈ, ਤੇ ਇਹਦੇ ਵਿੱਚ ਆਇਆ ਕੁਐਸਚਨ ਇਹ। ਤਾਂ 71 ਦਾ ਬਣ ਗਿਆ ਜੀ ਭਾਸ਼ਾਵਾਂ ਦੇ ਨਾਲ ਰਿਲੇਟਡ ਹੈਗਾ। ਸਾਨੂੰ ਪਤਾ ਵੀ 22 ਮਾਨਤਾ ਪ੍ਰਾਪਤ ਭਾਸ਼ਾਵਾਂ ਜਿਹੜੀਆਂ ਨੇ ਇਹਦੇ ਵਿੱਚ ਦਿੱਤੀਆਂ ਗਈਆਂ ਨੇ। ਤਾਂ 71 ਦਾ ਆ ਗਿਆ ਜੀ C ਆਨਸਰ। ਨੈਕਸਟ ਹੈ ਜੀ 72 ਨੰਬਰ ਕੁਐਸਚਨ ਦੇਖੋ, ਭਾਰਤੀ ਸੰਵਿਧਾਨ ਦੇ ਆਰਟੀਕਲ 36 ਤੋਂ ਲੈ ਕੇ 51 ਤੱਕ ਕਿਸ ਚੀਜ਼ ਦਾ ਵਰਣਨ ਕੀਤਾ ਗਿਆ ਹੈ? ਤਾਂ 36 ਤੋਂ ਲੈ ਕੇ 51 ਜਿਹੜਾ ਜੀ ਇਹ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਦੀ ਗੱਲ ਕਰਦਾ ਹੈਗਾ। ਇਹ ਮਾਸਟਰ ਕੇਡਰ ਸਿਲੇਬਸ ਦੇ ਵਿੱਚ ਤਾਂ ਇਹ ਭਾਵੇਂ ਨਹੀਂ ਸੀਗਾ, ਪਰ ਇਹਨਾਂ ਨੇ ਇੱਕ ਨਾ ਦੱਸਿਆ ਸੀ ਭਾਰਤ ਇੰਡੀਅਨ ਕਨਸਟੀਟਿਊਸ਼ਨ, ਮਤਲਬ ਇੰਡੀਅਨ ਕਨਸਟੀਟਿਊਸ਼ਨ ਇਨ ਡਿਟੇਲ। ਤਾਂ ਉੱਥੋਂ ਹੀ ਕੁਐਸਚਨ ਕਈ ਵਾਰ ਲੈ ਲੈਂਦੇ ਨੇਗੇ। 72 ਦਾ ਆ ਗਿਆ ਜੀ ਇਹ 36 ਤੋਂ ਲੈ ਕੇ 51 ਤੱਕ ਹੈ ਜੀ। ਪਾਰਟ ਨੰਬਰ ਜਿਹੜਾ 4 ਹੈਗਾ, ਤਾਂ ਉਹ ਡਾਇਰੈਕਟਿਵ ਪ੍ਰਿੰਸੀਪਲ ਸਟੇਟ ਪਾਲਿਸੀ ਦੇ ਨਾਲ ਸੰਬੰਧਿਤ ਹੈਗਾ, ਠੀਕ ਹੈ। ਨੈਕਸਟ ਹੈਗਾ ਜੀ 73 ਨੰਬਰ ਕੁਐਸਚਨ ਦੇਖੋ, ਨੌਨ ਲੀਗਲ ਮੂਵਮੈਂਟ ਦਾ ਜਿਹੜਾ ਕੁਐਸਚਨ ਪੁੱਛਿਆ ਗਿਆ ਹੈਗਾ, ਠੀਕ ਹੈ ਜੀ। ਤਾਂ ਇਹਦੇ ਵਿੱਚੋਂ ਇਹਨਾਂ ਵਿੱਚੋਂ ਕਿਹੜਾ ਵਿਅਕਤੀ ਜਿਹੜਾ ਨੌਨ ਲੀਗਲ ਮੂਵਮੈਂਟ ਦਾ ਪਾਰਟ ਨਹੀਂ ਸੀਗਾ? ਤਾਂ ਇਹ ਨਾਸਿਰ ਵੀ ਹੈਗੇ ਸੀ, ਜੋਸਫ ਟੀਟੋ ਵੀ ਹੈਗੇ ਸੀ, ਜਵਾਹਰ ਲਾਲ ਨਹਿਰੂ ਵੀ ਹੈਗੇ ਸੀਗੇ, ਤੇ ਐਨ ਖਰੁਸ਼ਚੇਵ ਨਹੀਂ ਸੀਗੇ, ਰੂਸ ਨਾਲ ਸੰਬੰਧਿਤ ਸੀਗੇ। ਜਦਕਿ ਰੂਸ ਤੁਹਾਨੂੰ ਪਤਾ ਹੀ ਹੈ, ਰੂਸ ਜਿਹੜਾ ਸੀਗਾ ਇਹ ਇੱਕ ਅਲੱਗ ਗੁੱਟ ਬਣਾ ਕੇ ਚੱਲ ਰਿਹਾ ਸੀ ਅਮਰੀਕਾ ਦੇ ਨਾਲ, ਇਹਦਾ ਆਪਸ ਦੇ ਵਿੱਚ ਜਿਹੜਾ ਸ਼ੀਤ ਯੁੱਧ ਚੱਲ ਰਿਹਾ ਸੀਗਾ। ਤਾਂ ਐਨ ਖਰੁਸ਼ਚੇਵ। ਤਾਂ 73 ਦਾ ਆ ਗਿਆ ਜੀ ਡੀ। ਨੈਕਸਟ ਹੈ ਜੀ
ਇਹ ਦੁਬਾਰਾ ਕੁਐਸਚਨ ਪੁੱਛਿਆ ਗਿਆ, ਰਿਪੀਟਡ ਕੁਐਸਚਨ ਹੈ। 74 ਦਾ ਜਿਹੜਾ ਯੂਐਨਓ ਦਾ ਜਿਹੜਾ ਪਹਿਲਾ ਜਨਰਲ ਸੈਕਟਰੀ ਸੀਗਾ ਉਹ ਕੌਣ ਸੀਗਾ, ਤਾਂ ਇਹ ਸਾਨੂੰ ਪਤਾ ਜੀ ਟ੍ਰਾਈਕਵਲੀ ਸੀਗਾ। ਤੇ ਠੀਕ ਹੈ ਜੀ 74 ਦਾ ਆ ਗਿਆ ਜੀ ਇਹ ਆਪਸ਼ਨ। 75 ਦਾ ਦੇਖੋ ਜੀ, ਹੂ ਇਜ਼ ਦਾ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ, ਭਾਰਤ ਦੇ ਜਿਹੜੇ ਉਪ ਰਾਸ਼ਟਰਪਤੀ ਨੇ। ਇਹ ਵੀ ਰਿਪੀਟਡ ਕੁਐਸਚਨ ਹੈ, ਪਰ ਉਸ ਟਾਈਮ ਕੌਣ ਸੀ, ਤਾਂ ਉਹਦੇ ਨਾਲ ਜੋੜ ਕੇ ਪੁੱਛਿਆ ਗਿਆ ਸੀ ਕੁਐਸਚਨ ਇਹ। ਤਾਂ ਐਮ ਵੈਂਕਈਆ ਨਾਇਡੂ ਜਿਹੜੇ ਸੀਗੇ ਭਾਰਤ ਦੇ ਹੁਣ ਜਿਹੜੇ ਨੇ ਮੌਜੂਦਾ ਨੇ ਉਹ ਸਾਡੇ ਉਪ ਰਾਸ਼ਟਰਪਤੀ ਨੇਗੇ। ਤਾਂ ਇਹਦੇ ਵਿੱਚੋਂ ਤੁਸੀਂ ਦੇਖੋ ਪੁਰਾਣੇ ਕੁਐਸਚਨ ਚੱਕ ਕੇ ਦੇਖਿਓ ਤੁਸੀਂ ਆਪ ਵੀ, ਬਹੁਤ ਸਾਰੇ ਜਿਹੜੇ ਕੁਐਸਚਨ ਨੇ ਉਹ ਰਿਪੀਟਡ ਕੁਐਸਚਨ ਨੇ ਤੇ ਕੋਈ ਬਹੁਤਾ ਸਟੈਂਡਰਡਾਈਜ਼ ਪੇਪਰ ਨਹੀਂ ਸੀਗਾ। ਜਿਹੜੇ ਵਿਅਕਤੀ ਨੇ ਥੋੜੀ ਬਹੁਤ ਤਿਆਰੀ ਕੀਤੀ ਹੋਊਗੀ ਤਾਂ ਆਈ ਥਿੰਕ ਉਹ 140 ਤੋਂ ਲੈ ਕੇ 145 ਸਕੋਰ ਜਿਹੜਾ ਉਹ ਕਾਊਂਟ ਆਪਣੇ ਆਪ ਨੂੰ ਕਰ ਸਕਦਾ ਹੈਗਾ। ਤੇ ਇਹਦੇ ਵਿੱਚ ਦੇਖੋ ਬੜਾ ਈਜ਼ੀ ਪੋਰਸ਼ਨ ਸੀਗਾ। ਤੇ ਆਈ ਥਿੰਕ ਕਿ ਤੁਹਾਨੂੰ ਇਹ ਵੀਡੀਓਸ ਜਿਹੜੀ ਹੈ ਪਸੰਦ ਆਈ ਹੋਊਗੀ। ਜੇ ਤੁਹਾਨੂੰ ਇਹ ਪਸੰਦ ਆਈ ਹੈ ਤਾਂ ਸਾਡੇ ਚੈਨਲ ਨੂੰ ਤੁਸੀਂ ਲਾਈਕ ਕਰ ਦਿਓ, ਇਹਨੂੰ ਅੱਗੇ ਸ਼ੇਅਰ ਕਰ ਦਿਓ ਤਾਂ ਕਿ ਜਿਹੜੀ ਅੱਗੇ ਵੀਡੀਓਜ਼ ਆਉਣਗੀਆਂ ਤੇ ਅਸੀਂ ਤੁਹਾਡੇ ਤੱਕ ਸ਼ੇਅਰ ਕਰ ਸਕੀਏ। ਤੇ ਮੈਂ ਇੱਕ ਕੋਸ਼ਿਸ਼ ਕਰਨ ਜਾ ਰਿਹਾ ਅੱਗੇ ਵੀ ਜਿਹੜਾ ਇੱਕ ਐਨਟੀਟੀ ਦਾ ਦੇਖੋ ਸਿਲੇਬਸ ਆ ਚੁੱਕਿਆ ਹੈਗਾ, ਤੇ ਮੇਰੀ ਕੋਸ਼ਿਸ਼ ਹੋਊਗੀ ਵੀ ਐਨਟੀਟੀ ਦੇ ਪੋਰਸ਼ਨ ਦੀ ਮੈਂ ਤੁਹਾਨੂੰ ਐਸਐਸਟੀ ਦਾ ਪੋਰਸ਼ਨ ਤੇ ਜਿਹੜਾ ਬਾਕੀ ਜਿਹੜੇ ਪੋਰਸ਼ਨ ਨੇਗੇ ਚਾਈਲਡ ਡਿਵੈਲਪਮੈਂਟ ਦਾ ਪੋਰਸ਼ਨ ਹੈ ਜਾਂ ਜਿਹੜੀ ਪਾਲਿਸੀਜ਼ ਵਗੈਰਾ ਦਿੱਤੀਆਂ ਗਈਆਂ ਨੇਗੀਆਂ ਤਾਂ ਉਹਦਾ ਪੋਰਸ਼ਨ ਤੁਹਾਨੂੰ ਮੈਂ ਕਰਵਾਉਂਗਾ ਇਹਦੇ ਵਿੱਚੋਂ। ਠੀਕ ਹੈ, ਤਾਂ ਉਹ YouTube ਦੇ ਉੱਪਰ ਆ ਕੇ ਤੁਸੀਂ ਜਿਹੜਾ ਐਨਟੀਟੀ ਦਾ ਕੋਰਸ ਹੈ ਉਹ ਵੀ ਤੁਸੀਂ ਕਰ ਸਕਦੇ ਹੋਗੇ, ਫ੍ਰੀ ਆਫ ਕਾਸਟ ਮੇਰੇ ਵੱਲੋਂ ਕਰਵਾਇਆ ਜਾਊਗਾ ਤੁਹਾਨੂੰ ਕੋਰਸ ਇਹ। ਤੇ ਤੁਸੀਂ ਜੇ ਮੇਰੀ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਤਾਂ ਇਹ ਜਿਹੜੇ ਲੋੜਵੰਦ ਲੋਕ ਹੋਣਗੇ ਉਹਨਾਂ ਤੱਕ ਪਹੁੰਚੂਗੀ ਇਹ। ਤੇ ਆਈ ਥਿੰਕ ਕਿ ਤੁਹਾਨੂੰ ਅੱਜ ਦੀ ਵੀਡੀਓਜ਼ ਹੈ ਪਸੰਦ ਆਈ ਹੋਊਗੀ, ਤਾਂ ਪਲੀਜ਼ ਇਹਨੂੰ ਸ਼ੇਅਰ ਕਰ ਦਿਓ ਤੇ ਅੱਗੇ ਸਬਸਕ੍ਰਾਈਬ ਵੀ ਕਰਵਾਇਓ ਤੁਸੀਂ ਉਹ। ਥੈਂਕ ਯੂ।